परम सन्मानयोग गुरु प्यारिओ, वाहिगुरु जी का खालसा, वाहिगुरु जी की फतेह। सिख मिशन कालेज वालों SMC गुरमत क्लास USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਪਿਛਲੇ 2 ਹਫ਼ਤੇ ਅਸੀਂ ਸਿੱਖ ਮਿਸਲਾਂ ਦਾ ਇਤਿਹਾਸ ਵਿਚਾਰ ਕਰ ਰਹੇ ਹਾਂ। ਆਪ ਜੀ ਜਾਣਦੇ ਹੋ ਲੰਬੇਰਾ ਇਤਿਹਾਸ ਹੈ ਇਹਨਾਂ ਮਿਸਲਾਂ ਦਾ। ਛੋਟੀਆਂ ਮਿਸਲਾਂ, ਫਿਰ 12 ਮਿਸਲਾਂ, ਫਿਰ ਛੋਟੇ ਜੱਥੇ, ਸਾਰਾ ਕੁਝ ਅਸੀਂ ਪਹਿਲਾਂ ਸਰਵਣ ਕਰ ਚੁੱਕੇ ਹਾਂ। तो ਅੱਜ ਉਸ ਤੋਂ ਅਗਲੀ ਪਿਛਲੇ ਕਲਾਸ ਵਿੱਚ ਜੋ ਸਿੱਖ ਮਿਸਲਾਂ ਦਾ ਇਤਿਹਾਸ ਅਸੀਂ ਵੀਰ ਤੇਜਿੰਦਰ ਸਿੰਘ ਜੀ ਪਾਸੋਂ ਸੁਣਿਆ ਸੀ, ਉਸ ਤੋਂ ਅੱਗੇ ਉਹ ਇਸੇ ਇਤਿਹਾਸ ਦੀ ਲੜੀ ਨੂੰ ਤੋੜ ਰਹੇ ਹਨ। ਬੇਨਤੀ ਕਰਦਾ ਹਾਂ ਵੀਰ ਤੇਜਿੰਦਰ ਸਿੰਘ ਜੀ, ਕਿਰਪਾ ਕਰੋ ਜੀ। ਉਹ ਅੱਜ ਸਿੱਖ ਮਿਸਲਾਂ ਦਾ ਪਾਠ 3 ਜੋ ਹੈ ਉਹ ਸਾਡੇ ਨਾਲ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ਾਂ ਤੋਂ ਜੁੜੇ ਹੋਏ ਵੀ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ, ਅੱਜ ਦਾ ਜੋ ਵਿਸ਼ਾ ਜੋ ਮਾਨਯੋਗ ਵੀਰ ਹਰਜੀਤ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਸਿੱਖ ਮਿਸਲਾਂ ਦਾ ਜੋ ਗੌਰਵਮਈ ਇਤਿਹਾਸ ਹੈ ਉਹ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ ਹਾਂ। ਇਹਨਾਂ ਮਿਸਲਾਂ ਨੇ ਹੀ ਅਹਿਮਦ ਸ਼ਾਹ ਅਬਦਾਲੀ ਤੇ ਉਹਦੇ ਜਿਹੜੇ ਹੋਰ ਜਰਨੈਲ ਸਨ ਉਹਨਾਂ ਨੂੰ ਧੂਲ ਚਟਾਈ ਸੀ, ਔਰ ਇਹਨਾਂ ਮਿਸਲਾਂ ਦੀ ਜੋ ਤਾਕਤ ਸੀ ਉਸ ਸਦਕਾ ਹੀ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸਥਾਪਿਤ ਹੋਇਆ। ਤੋਂ ਇੱਕ ਇੱਕ ਕਰਕੇ ਅਸੀਂ ਜੋ ਪਿਛਲੀਆਂ ਮਿਸਲਾਂ ਦੇ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਹਨਾਂ 'ਚੋਂ ਹੋ ਸਕਦਾ ਹੈ ਕਿ ਪਹਿਲੇ ਲੈਕਚਰ ਦੇ ਅੰਦਰ ਕੁਝ ਕੁ ਮਿਸਲਾਂ ਦੇ ਬਾਰੇ ਕੁਝ ਸੰਖੇਪ ਜਾਣਕਾਰੀ ਦਿੱਤੀ ਹੋਵੇ, ਲੇਕਿਨ ਅੱਜ ਥੋੜ੍ਹੀ ਜਿਹੀ ਅਸੀਂ ਹੋਰ ਜਾਣਕਾਰੀ ਉਹਨਾਂ ਦੇ ਬਾਰੇ ਦਿਆਂਗੇ। ਤੋਂ ਪਹਿਲਾਂ ਅਸੀਂ ਜੋ ਫੈਮਿਲੀ ਟਰੀ ਹੈ ਕਨ੍ਹਈਆ ਮਿਸਲ ਦਾ, ਉਸ ਦੇ ਬਾਰੇ ਮੈਂ ਆਪ ਜੀ ਨਾਲ ਸਾਂਝਾ ਕਰਦਾ ਕਿ ਉਹਨਾਂ ਦੇ ਵਡੇਰੇ ਜਿਹੜੇ ਸਨ ਉਹ ਹੇਮਰਾਜ ਸੰਧੂ ਜੱਟ ਸਨ। ਉਹਨਾਂ ਦੇ 2 ਪੁੱਤਰ ਸਨ, ਹੀਰਾ ਸਿੰਘ ਤੇ ਨੱਥਾ ਸਿੰਘ। ਤੇ ਹੀਰਾ ਸਿੰਘ ਦਾ ਅੱਗੋਂ ਦਲ ਸਿੰਘ ਬੇਟਾ ਸੀਗਾ, ਤੇ ਨੱਥਾ ਸਿੰਘ ਦੇ ਨਾਹਰ ਸਿੰਘ ਤੇ ਰਣ ਸਿੰਘ। ਤੇ ਨਾਹਰ ਸਿੰਘ ਦਾ ਕੋਈ ਬੇਟਾ ਨਹੀਂ ਸੀ, ਤੇ ਰਣ ਸਿੰਘ ਤੋਂ ਭਗਵਾਨ ਸਿੰਘ, ਗਿਆਨ ਸਿੰਘ, ਖਜਾਨ ਸਿੰਘ ਤੇ ਰਾਜ ਕੌਰ ਜਿਹੜੀ ਉਹ ਪੈਦਾ ਹੋਈ। ਔਰ ਉਸ ਤੋਂ ਬਾਅਦ ਜਿਹੜੇ ਗਿਆਨ ਸਿੰਘ ਤੋਂ ਕਾਹਨ ਸਿੰਘ ਤੇ ਖਜਾਨ ਸਿੰਘ ਤੋਂ ਪੰਚਾ ਸਿੰਘ ਤੇ ਰਾਜ ਕੌਰ ਤੋਂ ਸਰਦਾਰ ਖੜਕ ਸਿੰਘ ਜਿਹੜੇ ਆ ਉਹ ਪੈਦਾ ਹੋਏ। ਉਸ ਤੋਂ ਬਾਅਦ ਗਿਆਨ ਸਿੰਘ ਤੇ ਕਾਹਨ ਸਿੰਘ ਦੀ ਜਿਹੜੀ ਅੱਗੋਂ ਜਿਹੜੀ ਚਲਦੀ ਆ, ਵੰਸ਼ ਚੱਲਦਾ ਹੈ, ਤੇ ਉਹਦੇ ਵਿੱਚੋਂ ਚਤਰ ਸਿੰਘ ਤੇ ਅਤਰ ਸਿੰਘ, ਈਸ਼ਰ ਸਿੰਘ ਤੇ ਹੁਕਮ ਸਿੰਘ, ਔਰ ਫਿਰ ਚਤਰ ਸਿੰਘ ਤੋਂ ਰਣਜੋਤ ਸਿੰਘ ਤੇ ਉਹਨਾਂ ਦੇ ਅੱਗੋਂ ਨਾਰਾਇਣ ਸਿੰਘ ਤੇ ਫਿਰ ਹਰਦਿਆਲ ਸਿੰਘ ਤੇ ਅਤਰ ਸਿੰਘ ਤੋਂ ਜਿਨ੍ਹਾਂ ਨੂੰ ਖੁਦਾ ਬਖਸ਼ ਵੀ ਕਹਿੰਦੇ ਸਨ, ਔਰ ਈਸ਼ਰ ਸਿੰਘ ਤੇ ਜੇ ਅਬਦੁਲ ਅਜ਼ੀਜ਼ ਜਿਹੜੇ ਆ 2 ਅਤਰ ਸਿੰਘ ਤੇ ਈਸ਼ਰ ਸਿੰਘ ਸਨ, ਇਹ ਦੋਨੋਂ ਮੁਸਲਮਾਨ ਹੋ ਗਏ ਸਨ। ਤੇ ਹੁਕਮ ਸਿੰਘ ਇਹਨਾਂ ਦੇ ਨਾਲ ਜਿਹੜਾ ਚੌਥਾ ਭਰਾ ਸੀਗਾ। ਤੋਂ ਇਸ ਤੋਂ ਬਾਅਦ ਜਿਹੜੇ ਅਤਰ ਸਿੰਘ ਜਿਹੜੇ ਖੁਦਾ ਬਖਸ਼ ਹੋਏ ਸਨ ਉਹਨਾਂ ਦੇ ਗੁਲਾਮ ਕਾਦਰ, ਤੇ ਜੋ ਈਸ਼ਰ ਸਿੰਘ ਦੇ ਅਬਦੁਲ ਅਜ਼ੀਜ਼ ਬਣਿਆ ਸੀ ਉਸ ਤੋਂ ਲਾਭ ਸਿੰਘ ਜਿਹੜੇ ਹਨ ਉਹ ਇਸ ਕਨ੍ਹਈਆ ਮਿਸਲ ਦੇ ਜਿਹੜੇ ਹਨ ਉਹ ਅੱਗੋਂ ਵੰਸ਼ ਵਿੱਚ ਹੋਏ ਹਨ। ਤੋਂ ਆਓ ਇਸ ਬਾਰੇ ਕਨ੍ਹਈਆ ਮਿਸਲ ਬਾਰੇ ਵਿਚਾਰ ਕਰਦੇ ਹਾਂ ਕਿ ਇਸ ਮਿਸਲ ਨੇ ਵੀ ਸਿੱਖ ਜਦੋਜਹਿਦ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਅਬਦਾਲੀ ਦੇ ਜਾਣ ਉਪਰੰਤ ਇਸ ਮਿਸਲ ਨੇ ਚੰਗੀ ਪ੍ਰਸਿੱਧਤਾ ਪ੍ਰਾਪਤ ਕੀਤੀ। ਇਹ ਮਿਸਲ ਵੀ ਪਹਿਲੀਆਂ 3 ਵਿੱਚ ਗਿਣੀ ਜਾਣ ਲੱਗੀ। ਭੰਗੀ ਤੇ ਸ਼ੁਕਰ ਚੱਕੀਆਂ ਮਿਸਲਾਂ ਹੀ ਸਿਰਫ ਇਸ ਦੇ ਟਾਕਰੇ ਦੀਆਂ ਸਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਨੇ ਆਪਣਾ ਅਧਿਕਾਰ ਖੇਤਰ ਬਣਾਇਆ। ਇਸ ਮਿਸਲ ਦੇ ਜਥੇਦਾਰ ਅਤੇ ਬਾਨੀ ਸਰਦਾਰ ਜੈ ਸਿੰਘ ਸਨ। ਉਹ ਭਾਈ ਖੁਸ਼ਹਾਲੀ ਜੱਟ ਦੇ ਪੁੱਤਰ ਸਨ ਤੇ ਖੁਸ਼ਹਾਲੀ ਦਾ ਪਿੰਡ ਕਾਹਣਾ ਸੀ,
ਜੋ ਲਾਹੌਰ ਤੋਂ ਦੱਖਣ ਵੱਲ 15 ਕੁ ਮੀਲ ਤੇ ਸੀ। ਇਸ ਲਈ ਪਹਿਲੇ ਜਥੇ ਵਿੱਚ ਅਤੇ ਫਿਰ ਮਿਸਲ ਦਾ ਨਾਮ ਵੀ ਜਿਹੜਾ ਹੈ ਉਹ ਕਨਈਆ ਪੈ ਗਿਆ। ਇਸ ਮਿਸਲ ਦੇ ਮੁੱਢਲੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਜਦ ਸਿੱਖਾਂ ਦੀਆਂ ਸ਼ਹੀਦੀਆਂ ਦੇ ਸਾਕੇ ਦੀਆਂ ਸਾਖੀਆਂ ਭਾਈ ਕੁਸ਼ਾਲ ਜੱਟ ਨੇ ਸੁਣੀਆਂ ਤਾਂ ਉਸ ਵੀ ਸਿੱਖੀ ਧਾਰਨ ਦਾ ਜਿਹੜਾ ਹੈ ਉਹ ਨਿਰਣਾ ਕਰ ਲਿਆ। ਉਸਨੇ ਨਵਾਬ ਕਪੂਰ ਸਿੰਘ ਜੀ ਪਾਸ ਹਾਜ਼ਰ ਹੋ ਕੇ ਅੰਮ੍ਰਿਤ ਛਕਿਆ ਤੇ ਆਪਣੇ ਇਲਾਕੇ ਦੇ ਬਹੁਤ ਸਾਰੇ ਵਸਨੀਕਾਂ ਨੂੰ ਸਿੱਖੀ ਦਾਇਰੇ ਵਿੱਚ ਪ੍ਰਵੇਸ਼ ਕੀਤਾ ਤੇ ਵੱਖ ਜਥਾ ਬਣਾ ਲਿਆ। ਵੱਡੀਆਂ ਤੇ ਜ਼ਰੂਰੀ ਮੁਹਿੰਮਾਂ ਤੇ ਇਹਨਾਂ ਦਾ ਜਥਾ ਵੀ ਭੇਜਿਆ ਜਾਣ ਲੱਗਾ। ਜੈ ਸਿੰਘ ਦੇ ਦੋ ਭਰਾ ਹੋਰ ਸਨ, ਇੱਕ ਝੰਡਾ ਸਿੰਘ ਅਤੇ ਦੂਜਾ ਭਾਈ ਸਿੰਘਾ ਸਿੰਘ। ਭਾਈ ਸਿੰਘਾ ਬਾਰੇ ਤਾਂ ਇਤਿਹਾਸ ਵਿੱਚ ਕੁਝ ਨਹੀਂ ਮਿਲਦਾ, ਪਰ ਇਹ ਪਤਾ ਲੱਗਦਾ ਹੈ ਕਿ ਸਰਦਾਰ ਝੰਡਾ ਸਿੰਘ ਤੇ ਭਾਗ ਸਿੰਘ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਏ ਸਨ। ਨਵਾਬ ਕਪੂਰ ਸਿੰਘ ਵੇਲੇ ਹੀ ਇਹਨਾਂ ਨੇ ਆਪਣਾ ਜਥਾ ਬਣਾ ਲਿਆ ਸੀ। ਨਵਾਬ ਕਪੂਰ ਸਿੰਘ ਦੇ ਚੜ੍ਹਾਈ ਕਰਨ ਉਪਰੰਤ ਇਸ ਕਨਈਆ ਮਿਸਲ ਨੇ ਕਾਫੀ ਤਾਕਤ ਪਕੜ ਲਈ। 1763 ਵਿੱਚ ਕਸੂਰ ਉੱਤੇ ਹਮਲੇ ਵੇਲੇ ਇਹ ਅੱਗੇ ਸਨ। ਭੰਗੀ ਮਿਸਲ ਦੇ ਇੱਕਦਮ ਵਾਧੇ ਨੂੰ ਦੇਖ ਕੇ ਸਰਦਾਰ ਜੈ ਸਿੰਘ ਨੂੰ ਘਬਰਾਹਟ ਹੋਈ ਅਤੇ ਉਹਨਾਂ ਉਪਰਾਲੇ ਕਰਨੇ ਆਰੰਭੇ। ਪਹਿਲਾਂ ਤਾਂ ਉਹਨਾਂ ਸਿੱਧੀ ਟੱਕਰ ਲੈਣ ਦੀ ਠਾਣੀ, ਪਰ ਭੰਗੀ ਮਿਸਲ ਦੀ ਜਥੇਬੰਦੀ ਤੇ ਮਜ਼ਬੂਤੀ ਨੂੰ ਦੇਖ ਕੇ ਸ਼ੁਕਰ ਚੱਕੀਆ ਮਿਸਲ ਨਾਲ ਸੰਧੀ ਕਰ ਲਈ। ਸਰਦਾਰ ਚੜ੍ਹਤ ਸਿੰਘ ਵੀ ਕਿਸੇ ਸਾਥ ਦੀ ਭਾਲ ਵੀ ਸਨ। ਜੰਮੂ ਲਾਗੇ ਬਸੰਤਰ ਨਦੀ ਦੇ ਕਿਨਾਰੇ ਭੰਗੀ ਮਿਸਲ ਦੀ ਪਹਿਲੀ ਟੱਕਰ ਕਨਈਆ ਤੇ ਸ਼ੁਕਰ ਚੱਕੀਆਂ ਦੀ ਸਾਂਝੀ ਜਥੇਬੰਦੀ ਨਾਲ ਹੋਈ। ਸਰਦਾਰ ਝੰਡਾ ਸਿੰਘ ਦੇ ਟਾਕਰੇ ਉੱਤੇ ਸਰਦਾਰ ਜੈ ਸਿੰਘ ਤੇ ਸਰਦਾਰ ਚੜ੍ਹਤ ਸਿੰਘ ਆਏ। ਸਰਦਾਰ ਚੜ੍ਹਤ ਸਿੰਘ ਬਰੂਦ ਦੇ ਫਾਇਰ ਕਰਵਾ ਰਹੇ ਸਨ ਕਿ ਬਰੂਦ ਫਟ ਕੇ ਉਹਨਾਂ ਉੱਤੇ ਆ ਪਿਆ, ਜਿਸ ਕਾਰਨ ਸਰਦਾਰ ਚੜ੍ਹਤ ਸਿੰਘ ਅਜੇ ਡਿੱਗੇ ਕਿ ਫਿਰ ਉਹ ਉੱਠ ਹੀ ਨਾ ਸਕੇ। ਥਾਂ ਉੱਤੇ ਹੀ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ। ਸਰਦਾਰ ਜੈ ਸਿੰਘ ਕਨਈਆ ਨੇ ਸਖਤ ਗੁੱਸੇ ਵਿੱਚ ਹੱਲਾ ਬੋਲਿਆ। ਸਰਦਾਰ ਝੰਡਾ ਸਿੰਘ ਨੂੰ ਕਰੜੀ ਹਾਰ ਦਿੱਤੀ ਤੇ ਥਾਂ ਉੱਤੇ ਹੀ ਕਤਲ ਕਰ ਦਿੱਤਾ ਗਿਆ। ਇਹ ਘਟਨਾ 1774 ਈਸਵੀ ਨੂੰ ਹੋਈ। ਜੰਮੂ ਵੱਲੋਂ ਭੰਗੀ ਸਰਦਾਰਾਂ ਦੇ ਅਧਿਕਾਰਾਂ ਉੱਤੇ ਕਬਜ਼ਾ ਕਰਕੇ ਰਾਮਗੜੀਆ ਮਿਸਲ ਦੇ ਇਲਾਕਿਆਂ ਤੇ ਕਬਜ਼ਾ ਕਰਨਾ ਆਰੰਭਿਆ। ਆਹਲੂਵਾਲੀਆ ਮਿਸਲ ਨੇ ਵੀ ਮਦਦ ਕੀਤੀ, ਕਿਉਂਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਭਰਾਵਾਂ ਮਾਲੀ ਸਿੰਘ ਆਦਿ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਨਰਾਦਰੀ ਕੀਤੀ ਸੀ। ਬਟਾਲਾ ਤੇ ਕਲਾਨੌਰ ਦੇ ਇਲਾਕਿਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਮਿਲਾ ਲਿਆ। ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਪੰਜਾਬ ਛੱਡ ਕੇ ਜਾਣ ਉੱਤੇ ਮਜਬੂਰ ਕਰ ਦਿੱਤਾ। ਇਸ ਕਾਮਯਾਬੀ ਪਿੱਛੋਂ ਸਰਦਾਰ ਜੈ ਸਿੰਘ ਨੇ ਸਰਹੰਦ ਉੱਤੇ ਹੱਲਾ ਬੋਲਿਆ। ਜੈਨ ਖਾਨ ਮਾਰਿਆ ਗਿਆ ਅਤੇ ਕਾਫੀ ਮਾਲ ਸਰਦਾਰ ਜੈ ਸਿੰਘ ਦੇ ਹੱਥ ਆਇਆ। ਗਰੋਟਾ, ਹਾਜੀਪੁਰ, ਨੂਰਪੁਰ, ਦਤਾਰਪੁਰ ਦੇ ਪਹਾੜੀ ਰਾਜਿਆਂ ਕੋਲੋਂ ਆਪ ਜੀ ਨੇ ਰਾਖੀ ਲਈ, ਉਹਨਾਂ ਕੋਲੋਂ ਈਨ ਬਣਵਾਈ। ਆਪਣੀ ਚੜ੍ਹਤ ਨੂੰ ਹੋਰ ਵਧਾਉਣ ਲਈ ਰਾਜਿਆਂ ਨੇ ਰਾਖੀ ਦੇਣ ਵਿੱਚ ਭਲਾਈ ਸਮਝੀ। ਸਭ ਤੋਂ ਵੱਡੀ ਜਿੱਤ ਰਾਜਾ ਸੰਸਾਰ ਚੰਦ ਕਟੋਚ ਵਾਲੇ ਕੋਲੋਂ ਕਾਂਗੜਾ ਦਾ ਕਿਲਾ ਤੇ ਰਾਖੀ ਲੈਣੀ ਸੀ। ਰਾਜਾ ਸੰਸਾਰ ਚੰਦ ਨੇ ਕਾਂਗੜੇ ਦੇ ਕਿਲਾਦਾਰ ਸੈਫ ਅਲੀ ਖਾਨ ਵਿਰੁੱਧ ਸਰਦਾਰ ਜੈ ਸਿੰਘ ਦੀ ਮਦਦ ਮੰਗੀ ਸੀ। ਸਰਦਾਰ ਜੈ ਸਿੰਘ ਆਪ ਕਾਂਗੜੇ ਗਏ। ਉਹਨਾਂ ਦੇ ਪੁੱਜਦੇ ਸਾਰ ਹੀ ਸੈਫ ਅਲੀ ਖਾਨ ਦੀ ਅਚਾਨਕ ਮ੍ਰਿਤੂ ਹੋ ਗਈ। ਕਿਲੇ ਵਾਲਿਆਂ ਤੇ ਭਰਪੂਰ ਹੱਲਾ ਕੀਤਾ ਗਿਆ। ਸਰਦਾਰ ਜੈ ਸਿੰਘ ਕਨਈਆ ਨੇ ਸੈਫ ਅਲੀ ਦੇ ਪੁੱਤਰ ਜੀਵਨ ਖਾਨ ਨੂੰ ਕਿਲਾ ਖਾਲੀ ਕਰਨ ਤੇ ਮਨਵਾ ਲਿਆ। ਆਪ ਕਿਲੇ ਤੇ ਕਾਬਜ ਹੋ ਗਿਆ। ਸੰਸਾਰ ਚੰਦ ਬਹੁਤ ਤੜਪਿਆ, ਪਰ ਮਜਬੂਰ ਹੋ ਕੇ ਚੁੱਪ ਹੋ ਗਿਆ। ਸੰਸਾਰ ਚੰਦ ਨੇ ਈਨ ਮੰਨੀ ਹੀ ਠੀਕ ਸਮਝੀ। ਇਹ ਘਟਨਾ 1775 ਈਸਵੀ ਦੀ ਹੈ। ਜਿਵੇਂ ਭੰਗੀ ਮਿਸਲ ਦੀ ਚੜ੍ਹਤ ਨੂੰ ਕਨਈਆ ਨਹੀਂ ਸਾਰ ਸਕੇ ਸਨ, ਇਸੇ ਤਰ੍ਹਾਂ ਸਰਦਾਰ ਮਹਾਂ ਸਿੰਘ ਨੂੰ ਹੀ ਫਿਕਰ ਹੋਈ। ਪਹਾੜੀ ਰਾਜਿਆਂ ਕੋਲ ਰਾਖੀ ਲੈਣ ਦੀ ਖਬਰ ਨੇ ਤਾਂ ਸ਼ੁਕਰ ਚੱਕੀਆ ਦੇ ਆਗੂ ਨੂੰ ਚਿੰਤਾ ਦੂਰ ਕਰ ਦਿੱਤਾ। ਸਰਦਾਰ ਮਹਾਂ ਸਿੰਘ ਨੇ ਰਾਜਾ ਸੰਸਾਰ ਚੰਦ ਕਟੋਚ ਨਾਲ ਗੱਲਬਾਤ ਕਰਕੇ ਸੰਧੀ ਕਰ ਲਈ ਤੇ ਸਰਦਾਰ ਜੈ ਸਿੰਘ ਦੇ ਇਲਾਕੇ ਉੱਤੇ ਹੱਲਾ ਬੋਲ ਦਿੱਤਾ। ਹਮਲਾ ਇਤਨਾ ਕਰੜਾ ਸੀ ਕਿ ਕਨਈਆ ਸਰਦਾਰ ਤਾਬ ਹੀ ਨਾ ਚੱਲ ਸਕਿਆ। ਜੰਗ ਵਿੱਚ ਹੀ 1784 ਨੂੰ ਉਹਨਾਂ ਦਾ ਪੁੱਤਰ ਸਰਦਾਰ ਗੁਰਬਖਸ਼ ਸਿੰਘ ਸ਼ਹੀਦ ਹੋ ਗਿਆ। ਸਰਦਾਰ ਕਨਈਆ ਨੇ ਆਪਣੇ ਆਪ ਨੂੰ ਗੁਰਦਾਸਪੁਰ ਵਿੱਚ ਸੀਮਤ ਰੱਖਣਾ ਮੰਨ ਲਿਆ। ਇਤਨੇ ਨੂੰ ਇੱਕ ਹੋਰ ਸੱਟ ਕਨਈਆ ਮਿਸਲ ਨੂੰ ਸਹਿਣੀ ਪਈ।
ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਪੰਜਾਬ ਤੋਂ ਪਰੇ ਜਾ ਕੇ ਚੰਗੀ ਤਾਕਤ ਇਕੱਠੀ ਕਰ ਲਈ ਸੀ। ਉਹਨਾਂ ਨੇ ਸ਼ੁਕਰ ਚੱਕੀਆ ਦੇ ਆਗੂ ਮਹਾਂ ਸਿੰਘ ਨਾਲ ਸੰਧੀ ਕਰਕੇ ਸਿੱਧਾ ਹਮਲਾ ਬੋਲ ਦਿੱਤਾ। ਰਾਮਗੜੀਆ ਸਰਦਾਰ ਨੇ ਸੰਸਾਰ ਚੰਦ ਨੂੰ ਵੀ ਬਦਲਾ ਲੈਣ ਲਈ ਤਿਆਰ ਕਰ ਲਿਆ। ਤਿੰਨਾਂ ਨੇ ਹਮਲਾ ਬੋਲ ਦਿੱਤਾ ਅਤੇ ਰਾਮਗੜੀਆ ਮਿਸਲ ਨੇ ਬਟਾਲਾ ਤੇ ਕਲਾਨੌਰ ਵਾਪਸ ਲੈ ਲਏ। ਇਸ ਹਾਰ ਨੇ ਲੱਕ ਤੋੜ ਦਿੱਤਾ ਤੇ ਸਿੱਧੇ ਟਾਕਰੇ ਦੀ ਸ਼ਕਤੀ ਇਸ ਮਿਸਲ ਵਿੱਚ ਘਟ ਗਈ। ਸਰਦਾਰ ਜੈ ਸਿੰਘ ਨੇ ਸਰਦਾਰ ਮਹਾਂ ਸਿੰਘ ਨਾਲ ਝਗੜਾ ਮਿਟਾਉਣ ਲਈ ਆਪਣੀ ਪੋਤਰੀ ਮਹਿਤਾਬ ਕੌਰ ਦੀ ਸ਼ਾਦੀ ਰਣਜੀਤ ਸਿੰਘ, ਜੋ ਉਸ ਵੇਲੇ ਹਾਲੀ ਬਾਲਕ ਹੀ ਸਨ, ਉਹਨਾਂ ਨਾਲ ਕਰ ਦਿੱਤੀ। ਸਰਦਾਰ ਜੈ ਸਿੰਘ 1799 ਵਿੱਚ ਚੜ੍ਹਾਈ ਕਰ ਗਏ। ਮਿਸਲ ਦੀ ਸਰਦਾਰੀ ਬੀਬੀ ਸਦਾ ਕੌਰ ਨੇ ਸੰਭਾਲ ਲਈ। ਸਰਦਾਰ ਗੁਰਬਖਸ਼ ਸਿੰਘ ਸਰਦਾਰ ਜੈ ਸਿੰਘ ਦੇ ਇੱਕੋ ਇੱਕ ਪੁੱਤਰ ਸਨ। ਰਾਣੀ ਸਦਾ ਕੌਰ ਇੱਕ ਯੋਗ ਤੇ ਨੀਤੀਵਾਨ ਔਰਤ ਸੀ। 1820 ਤੱਕ ਉਸਨੇ ਇਸ ਮਿਸਲ ਦੇ ਕੰਮਾਂ ਨੂੰ ਸੰਭਾਲੀ ਰੱਖਿਆ। ਉਹ ਮੌਕੇ ਦੀ ਤਲਾਸ਼ ਵਿੱਚ ਸੀ ਕਿ ਆਪਣੇ ਗਵਾਚੇ ਹੋਏ ਇਲਾਕਿਆਂ ਉੱਤੇ ਕਬਜ਼ਾ ਕੀਤਾ ਜਾਏ, ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸਦੇ ਸੁਪਨਿਆਂ ਨੂੰ ਪੂਰਿਆ ਨਾ ਹੋਣ ਦਿੱਤਾ। ਇਸ ਮਿਸਲ ਕੋਲ 5000 ਦੇ ਕਰੀਬ ਸਿਪਾਹੀ ਸਨ। ਕਈ ਵਾਰ ਗਿਣਤੀ ਵੱਧ ਕੇ 10,000 ਵੀ ਹੋ ਜਾਂਦੀ ਸੀ। ਇਸ ਮਿਸਲ ਦੀ ਸੰਧੀ ਜੋ ਸ਼ੁਕਰ ਚੱਕੀਆਂ ਨਾਲ ਬਣੀ ਰਹਿੰਦੀ ਸੀ, ਤਾਂ ਇਹ ਸ਼ਾਇਦ ਇਹ ਮਿਸਲ ਜਲਦੀ ਨਾ ਮਿਟਦੀ। ਇਸ ਮਿਸਲ ਕੋਲ ਇਤਨੀ ਸ਼ਕਤੀ ਨਹੀਂ ਸੀ ਕਿ ਕਿਸੇ ਵੀ ਸਾਂਝੇ ਟਾਕਰੇ ਨੂੰ ਇਹ ਰੋਕ ਸਕੇ। ਮਿਸਲਾਂ ਦੇ ਇਤਿਹਾਸ ਵਿੱਚ ਇਹ ਗੱਲ ਦੇਖੀ ਜਾ ਸਕਦੀ ਹੈ ਕਿ ਕਿਸੇ ਮਿਸਲ ਵਿੱਚ ਇਤਨੀ ਸ਼ਕਤੀ ਨਹੀਂ ਸੀ ਕਿ ਕਿਸੇ ਦੀ ਸਾਂਝ ਦਾ ਟਾਕਰਾ ਕਰ ਸਕੇ। ਭੰਗੀ ਮਿਸਲ ਕਨ੍ਹਈਆ ਤੇ ਸ਼ੁਕਰ ਚੱਕੀਆਂ ਅਤੇ ਰਾਮਗੜੀਆ ਦੇ ਸਾਂਝੇ ਟਾਕਰੇ ਅੱਗੇ ਭਾਜ ਖਾ ਗਈ। ਸ਼ੁਕਰ ਚੱਕੀਆ ਤੇ ਫਿਰ ਰਣਜੀਤ ਸਿੰਘ ਨੂੰ ਵਧਣ ਲਈ ਕਨ੍ਹਈਆ ਤੇ ਕਦੀ ਭੰਗੀ ਸਰਦਾਰਾਂ ਦਾ ਸਹਾਰਾ ਲੈਣਾ ਪਿਆ। ਆਓ ਹੁਣ ਗੱਲ ਕਰਨੇ ਆ ਸ਼ੁਕਰ ਚੱਕੀਆ ਮਿਸਲ ਦੀ। ਮਿਸਲਾਂ ਦੇ ਟਾਕਰੇ ਅਤੇ ਆਪੋ ਵਿੱਚ ਦੀ ਖਿੱਚੋਤਾਣ ਵਿੱਚ ਜੇ ਕੋਈ ਮਿਸਲ ਸਫਲ ਹੋਈ ਤਾਂ ਉਹ ਸ਼ੁਕਰ ਚੱਕੀਆ ਮਿਸਲ ਸੀ। ਸਤਲੁਜ ਦੇ ਉਰਾਰ ਸਾਰੇ ਇਲਾਕੇ ਉੱਤੇ ਕਬਜ਼ਾ ਅਤੇ ਫਿਰ ਸੰਗਠਿਤ ਕਰਕੇ ਰਾਜ ਕਰਨ ਦਾ ਸੁਪਨਾ ਵੀ ਇਸ ਮਿਸਲ ਨੇ ਪੂਰਾ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ-ਸਮੇਂ ਕਈ ਮਿਸਲਾਂ ਪ੍ਰਸਿੱਧਤਾ ਖਟਦੀਆਂ ਰਹੀਆਂ, ਪਰ ਜਿਸ ਮਿਸਲ ਦੀ ਪ੍ਰਸਿੱਧੀ ਤੇ ਸਨਮਾਨ ਸਥਿਰ ਰਿਹਾ, ਉਹ ਸ਼ੁਕਰ ਚੱਕੀਆ ਮਿਸਲ ਹੀ ਸੀ। 1780 ਤੋਂ ਲੈ ਕੇ 18ਵੀਂ ਤੇ 19ਵੀਂ ਸਦੀ ਦੇ ਆਰੰਭ ਤੱਕ ਜਿਸ ਮਿਸਲ ਦਾ ਬੋਲਬਾਲਾ ਰਿਹਾ, ਉਹ ਇਹੀ ਸ਼ੁਕਰ ਚੱਕੀਆ ਮਿਸਲ ਸੀ। ਬਾਕੀ ਮਿਸਲਾਂ ਨੂੰ ਵੱਧ ਤੋਂ ਵੱਧ ਇੱਕ ਜਾਂ ਦੋ ਪੁਸ਼ਤਾਂ ਵਿੱਚ ਚੰਗੇ ਆਗੂ ਮਿਲਦੇ ਰਹੇ, ਪਰ ਇਹ ਮਿਸਲ ਕੁਝ ਅਜਿਹੀ ਖੁਸ਼ਕਿਸਮਤ ਸੀ ਕਿ ਜਿਸ ਨੂੰ ਆਰੰਭ ਤੋਂ ਲੈ ਕੇ ਰਾਜ ਸਥਾਪਿਤ ਕਰਨ ਤੱਕ ਸੁਘੜ ਆਗੂਆਂ ਦੀ ਅਗਵਾਈ ਮਿਲਦੀ ਰਹੀ। ਪਹਿਲਾਂ ਸਰਦਾਰ ਚੜ੍ਹਤ ਸਿੰਘ ਜੀ, ਫਿਰ ਸਰਦਾਰ ਮਹਾਂ ਸਿੰਘ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਇਸ ਮਿਸਲ ਦੇ ਆਗੂ ਰਹੇ। ਇਸ ਮਿਸਲ ਦੇ ਬਾਨੀ ਜਥੇਦਾਰ ਸਰਦਾਰ ਨੌ ਸਿੰਘ ਜੀ ਸਨ। ਆਪ ਜੀ ਦੇ ਵਡੇਰੇ ਪਿੰਡ ਸ਼ੁਕਰਚੱਕ ਦੇ ਸਨ। ਇਸ ਲਈ ਪਿੰਡ ਸ਼ੁਕਰਚੱਕ ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੀ। ਸਰਦਾਰ ਬੁੱਧ ਸਿੰਘ ਇੱਕ ਦਲੇਰ ਤੇ ਅਗਾਮ ਵਧੂ ਲੀਡਰ ਸਨ। ਇਹਨਾਂ ਦੇ ਸਰੀਰ ਉੱਤੇ 40 ਫੱਟ ਸਨ। 1712 ਵਿੱਚ ਉਹਨਾਂ ਦੇ ਚੜ੍ਹਾਈ ਕਰਨ ਜਾਣ ਉਪਰੰਤ ਦੋ ਪੁੱਤਰਾਂ ਚੰਦਾ ਸਿੰਘ ਤੇ ਨੌ ਸਿੰਘ ਨੇ ਸ਼ੁਕਰਚੱਕ ਵਿੱਚ ਡੇਰਾ ਰੱਖ ਕੇ ਜਥਾ ਬਣਾਇਆ। ਇਹ ਜਥਾ ਤੁਰਨਾ ਦਲ ਦੀ ਹੀ ਇੱਕ ਸ਼ਾਖ ਸੀ। ਗੁਜਰਾਂਵਾਲੇ ਤੱਕ ਇਸ ਜਥੇ ਨੇ ਮਾਰਾਂ ਕੀਤੀਆਂ। ਸਰਦਾਰ ਨੌ ਸਿੰਘ ਅਫਗਾਨਾਂ ਨਾਲ ਸਿੱਧੇ ਟਾਕਰੇ ਵਿੱਚ ਮਜੀਠੇ ਕੋਲ ਸ਼ਹੀਦ ਹੋ ਗਏ ਸਨ। ਉਹਨਾਂ ਦਾ ਇੱਕੋ ਇੱਕ ਪੁੱਤਰ ਸਰਦਾਰ ਚੜ੍ਹਤ ਸਿੰਘ ਸੀ। ਉਸ ਦੀ ਉਮਰ ਉਸ ਸਮੇਂ ਕੇਵਲ 5 ਸਾਲ ਸੀ। ਤੋ ਜੋ ਭਾਈ ਆਪ ਜੀ ਦੇ ਵਡੇਰੇ ਜੋ ਸ਼ੁਕਰ ਚੱਕੀਆ ਮਿਸਲ ਦੇ ਸਨ, ਉਹਨਾਂ ਨੇ ਇਸ ਦਾ ਨਾਮ ਸ਼ੁਕਰ ਚੱਕੀਆ ਪੈ ਗਿਆ। ਤੋ ਆਓ ਸਰਦਾਰ ਚੜ੍ਹਤ ਸਿੰਘ ਜੀ ਦੇ ਬਾਰੇ ਗੱਲ ਕਰਦੇ ਹਾਂ। ਸਰਦਾਰ ਚੜ੍ਹਤ ਸਿੰਘ ਨੇ ਸਿੱਖੀ ਦੀ ਜਦੋਜਹਿਦ ਵਿੱਚ ਕਾਫੀ ਨਾਮਣਾ ਖੱਟਿਆ। ਕੋਈ ਅਜਿਹਾ ਜੰਗ, ਕੋਈ ਅਜਿਹਾ ਮੌਕਾ ਨਹੀਂ ਸੀ ਜਿਸ ਵਿੱਚ ਸ਼ੁਕਰ ਚੱਕੀਆ ਸਰਦਾਰ ਨੇ ਅੱਗੇ ਵੱਧ ਕੇ ਹਿੱਸਾ ਨਾ ਪਾਇਆ ਹੋਵੇ। ਕਈ ਮਹੀਨੇ ਇਹ ਜੰਗਲਾਂ ਵਿੱਚ ਵਿਚਰਦੇ ਰਹੇ। ਜਦ ਤੋਂ ਤਰਨਾ ਦਲ ਦੀ ਜਥੇਬੰਦੀ ਬਣੀ ਸੀ, ਪੰਜਾਂ ਵਿੱਚੋਂ ਇੱਕ ਜਥੇ ਦੇ ਜਥੇਦਾਰ ਸਨ। ਅਬਦਾਲੀ ਦੇ ਚੌਥੇ ਹਮਲੇ ਵੇਲੇ ਅਬਦਾਲੀ ਦਾ ਪਿੱਛਾ ਕਰਨ ਵਾਲੇ ਸਰਦਾਰ ਚੜ੍ਹਤ ਸਿੰਘ ਜੀ ਸਨ
ਅਦੀਨਾ ਬੇਗ ਦੇ ਟਾਕਰੇ ਵਿੱਚ ਵੀ ਉਹ ਹੀ ਅਗੇਰੇ ਰਹੇ। ਵੱਡੇ ਘੱਲੂਘਾਰੇ ਵਿੱਚ ਜੋ ਕਾਰਨਾਮੇ ਜੁਰਤ ਇਸ ਸਰਦਾਰ ਨੇ ਦਿਖਾਈ ਸੀ, ਉਸ ਦੀ ਉਪਮਾ ਹਰ ਸਿੱਖ ਨੇ ਕੀਤੀ ਸੀ। ਇਹਨਾਂ ਦੇ ਸਰੀਰ ਉੱਤੇ 23 ਫੱਟ ਆਏ ਸਨ, ਪਰ ਇਹ ਅਣਖੀਲਾ ਜਰਨੈਲ ਜੂਝਦਾ ਹੀ ਰਿਹਾ। ਅਬਦਾਲੀ ਦੇ ਪੰਜਾਬ ਵਿੱਚੋਂ ਖਤਮ ਹੋ ਜਾਣ ਉਪਰੰਤ ਇਹ ਮਿਸਲ ਬਹੁਤ ਪ੍ਰਸਿੱਧ ਹੋ ਗਈ। ਹਰ ਰੋਜ਼ ਲੋਕ ਚੜ੍ਹਤ ਸਿੰਘ ਕੋਲ ਆਉਂਦੇ ਤੇ ਮਿਸਲ ਵਿੱਚ ਸ਼ਾਮਲ ਹੋਣ ਲਈ ਬੇਨਤੀ ਕਰਦੇ, ਪਰ ਉਹ ਕਹਿੰਦੇ ਕਿ ਅਸੀਂ ਸਿਵਾਏ ਸਿੱਖ ਦੇ ਹੋਰ ਕਿਸੇ ਨੂੰ ਮਿਸਲ ਵਿੱਚ ਸ਼ਾਮਲ ਨਹੀਂ ਕਰਾਂਗੇ। ਹਾਂ, ਜੋ ਪਹਿਲਾ ਸਿੱਖ ਸੱਜ ਜਾਵੇ ਉਸ ਨੂੰ ਮਿਸਲ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋ ਸਕੇਗਾ। ਇਸ ਤਰ੍ਹਾਂ ਦ੍ਰਿੜ ਇਰਾਦੇ ਵਾਲੇ ਇਸ ਸਰਦਾਰ ਇਸ ਮਿਸਲ ਵਿੱਚ ਸ਼ਾਮਲ ਹੋ ਗਏ। ਜਿੱਧਰ ਵੀ ਉਹ ਜਾਂਦੇ, ਮੁਲਕਾਂ ਦੇ ਮੁਲਕ ਤੇ ਸ਼ਹਿਰਾਂ ਦੇ ਸ਼ਹਿਰ ਹੀ ਆਪ ਜੀ ਦੇ ਜੋ ਕਬਜ਼ੇ ਵਿੱਚ ਆ ਜਾਂਦੇ। ਭੰਗੀ ਸਰਦਾਰ ਗੁੱਜਰ ਸਿੰਘ ਨਾਲ ਰਲ ਕੇ ਜੇਹਲਮ ਪਾਰ ਦੇ ਇਲਾਕੇ ਉੱਤੇ ਕਬਜ਼ਾ ਕੀਤਾ। ਮੌਕੇ ਅਨੁਸਾਰ ਸਰਦਾਰ ਚੜ੍ਹਤ ਸਿੰਘ ਮਿਸਲ ਦੀ ਅਗਵਾਈ ਲਈ ਕਦਮ ਉਠਾਉਂਦੇ ਰਹੇ। ਜਦ ਸ਼ੁਕਰਚਿੱਕੀਆ ਸਰਦਾਰ ਨੇ ਮਹਿਸੂਸ ਕੀਤਾ ਕਿ ਭੰਗੀ ਮਿਸਲ ਦਾ ਪ੍ਰਭਾਵ ਸਮੁੱਚੇ ਪੰਜਾਬ ਉੱਤੇ ਵੱਧ ਗਿਆ ਹੈ, ਤਾਂ ਕਨਈਆ ਮਿਸਲ ਨਾਲ ਸੰਧੀ ਕਰਕੇ ਠੱਲ ਪਾਈ। ਰਾਮਗੜ੍ਹੀਆ ਮਿਸਲ ਨਾਲ ਵੀ ਗੱਲਬਾਤ ਰੱਖੀ। ਇਹ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਸਰਦਾਰ ਚੜ੍ਹਤ ਸਿੰਘ ਇੱਕ ਸੁਲਝੇ ਹੋਏ ਅਤੇ ਅਣਖੀਲੇ ਜਰਨੈਲ ਸਨ। ਫੈਸਲਾ ਕਰਨ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ ਸੀ। ਨਵਾਬ ਕਪੂਰ ਸਿੰਘ ਤੇ ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠਾਂ ਇਹ ਤੀਖਣ ਬੁੱਧੀ ਦੇ ਮਾਲਕ ਹੋ ਗਏ ਸਨ। ਜਵਾਨੀ ਵਿੱਚ ਹੀ ਠਰਮਾ ਸੀ। ਕਈ ਵਿਗੜੀਆਂ ਘਾਟੀਆਂ ਚੜ੍ਹਨ ਕਰਕੇ ਹਰ ਦੁੱਖ ਨੂੰ ਝੱਲਣ ਦੀ ਸ਼ਕਤੀ ਵੀ ਆਪ ਜੀ ਵਿੱਚ ਸੀ। ਸਿੱਖੀ ਜਜ਼ਬਾਤ ਤੇ ਉਤਸ਼ਾਹ ਆਪ ਵਿੱਚ ਆਖਰਾਂ ਦਾ ਸੀ। ਆਪ ਜੀ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਗੁਜਰਾਂਵਾਲਾ ਰੱਖਿਆ। ਅਫਗਾਨਾਂ ਦੇ ਟਾਕਰੇ ਵਿੱਚ ਇਹ ਸਨਮੁਖ ਹੀ ਰਹਿੰਦੇ ਸਨ। ਜਦ ਮਿਸਲਾਂ ਵਿੱਚ ਮੁਲਕਗਿਰੀ ਦੀ ਦੌੜ ਟੁਰੀ ਤਾਂ ਗੁਜਰਾਂਵਾਲਾ ਕੇਂਦਰ ਹੋਣ ਕਰਕੇ ਇਹਨਾਂ ਨੂੰ ਕਈ ਲਾਭ ਪੁੱਜੇ। ਭੰਗੀ ਸਰਦਾਰ ਵੀ ਇਹਨਾਂ ਨਾਲ ਟਕਰਾਉਣ ਤੋਂ ਝਿਜਕਦੇ ਸਨ। ਸਰਦਾਰ ਗੁਜਰ ਸਿੰਘ ਨੇ ਸੰਧੀ ਕਰਨ ਵਿੱਚ ਹੀ ਭਲਾ ਸਮਝਿਆ। ਰੋਹਤਾਸ ਕਿਲੇ ਉੱਤੇ ਸਾਂਝਾ ਹਮਲਾ ਕਰਕੇ ਰੋਹਤਾਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਰੋਹਤਾਸ ਦੀ ਹਿੰਦੁਸਤਾਨ ਅਤੇ ਪੰਜਾਬ ਵਿੱਚ ਆਪਣੀ ਮਹੱਤਤਾ ਸੀ, ਇੰਪੋਰਟੈਂਸ ਸੀ। ਰੋਹਤਾਸ ਦੇ ਕਬਜ਼ੇ ਨੇ ਆਪ ਜੀ ਨੂੰ ਇਸ ਯੋਗ ਬਣਾ ਦਿੱਤਾ ਸੀ ਕਿ ਵੱਡੀ ਤੋਂ ਵੱਡੀ ਸ਼ਕਤੀ ਨਾਲ ਟਕਰਾ ਕੇ ਜਿੱਤ ਪ੍ਰਾਪਤ ਕਰ ਸਕਣ। ਜੇ ਕਦੀ ਦੁਸ਼ਮਣ ਭਾਂਜ ਵੀ ਦੇ ਵੀ ਦੇਵੇ ਤਾਂ ਮਿਸਲ ਦੀ ਆਪਣੀ ਸਥਿਤੀ ਐਸੀ ਸੀ ਕਿ ਉਸ ਨੂੰ ਕੋਈ ਖਾਸ ਫਰਕ ਨਹੀਂ ਸੀ ਪੈਂਦਾ। ਫਿਰ ਹਰ ਮਿਸਲ ਸ਼ੁਕਰਚਿੱਕੀਆ ਨੂੰ ਮਦਦ ਦੇਣ ਲਈ ਉਤਾਵਲੀ ਰਹਿੰਦੀ ਸੀ। ਇਸ ਗੱਲ ਤੋਂ ਮਿਸਲ ਵਾਲੇ ਜਾਣੂ ਸਨ। ਜੰਮੂ ਲਾਗੇ ਜਦ ਆਪ ਜੀ ਦੀ ਬਰੂਦ ਨੂੰ ਅੱਗ ਲਾਉਣ ਕਾਰਨ ਸ਼ਹੀਦੀ ਹੋ ਗਈ ਤਾਂ ਇਹ ਖਿਆਲ ਕੀਤਾ ਜਾਂਦਾ ਸੀ ਕਿ ਇਹ ਮਿਸਲ ਵੀ ਬਾਕੀ ਮਿਸਲਾਂ ਵਾਂਗੂ ਨਿਰਮੂਲ ਹੋ ਜਾਏਗੀ। ਸਰਦਾਰ ਚੜ੍ਹਤ ਸਿੰਘ ਜੀ ਦੀ ਅਚਾਨਕ ਮੌਤ ਤੋਂ ਮਿਸਲ ਲਈ ਇੱਕ ਨਾ ਭੁੱਲਣ ਵਾਲੀ ਇਹ ਸੱਟ ਸੀ। ਸਰਦਾਰ ਮਹਾਂ ਸਿੰਘ ਨੇ ਜਿਸ ਸਿਆਣਪ ਤੇ ਸੁਗੜਤਾ ਨਾਲ ਮਿਸਲ ਦੀ ਅਗਵਾਈ ਕੀਤੀ ਤੇ ਫਿਰ ਮਿਸਲ ਦੀ ਮਹਾਨਤਾ ਨੂੰ ਵਧਾਇਆ, ਉਹ ਸਰਦਾਰ ਮਹਾਂ ਸਿੰਘ ਦੀ ਵਡੱਤਨ ਦੱਸਣ ਲਈ ਕਾਫੀ ਹੈ। ਆਪਣੇ ਪਿਤਾ ਵਾਂਗ ਹੀ ਸਰਦਾਰ ਮਹਾਂ ਸਿੰਘ ਨੇ ਮੌਕੇ ਦਾ ਯੋਗ ਹਥਿਆਰ ਵਰਤਿਆ। ਸਰਦਾਰ ਚੜ੍ਹਤ ਸਿੰਘ ਦੀ ਚੜ੍ਹਾਈ ਕਰਨ ਨਾਲ ਕਨਈਆ ਮਿਸਲ ਮਜ਼ਬੂਤ ਹੋ ਗਈ। ਭੰਗੀ ਮਿਸਲ ਆਪਣਾ ਰੋਬ ਵਧਾ ਰਹੀ ਸੀ। ਕਨਈਆ ਮਿਸਲ ਤੇਜ਼ੀ ਨਾਲ ਆਪਣਾ ਪ੍ਰਭਾਵ ਅਤੇ ਅਧਿਕਾਰ ਖੇਤਰ ਵਧਾ ਰਹੀ ਸੀ। ਰਾਮਗੜ੍ਹੀਆ ਸਰਦਾਰ ਨੂੰ ਦੂਰ ਧਕੇਲਣ ਵਿੱਚ ਉਹ ਸਫਲ ਹੋ ਗਈ ਸੀ। ਪਹਾੜੀ ਰਾਜਿਆਂ ਕੋਲ ਰਾਖੀ ਲੈਣ ਵੀ ਇੱਕ ਵੱਡਾ ਕਾਰਨਾਮਾ ਸੀ। ਸਰਦਾਰ ਮਾਨ ਸਿੰਘ ਨੇ ਰਾਮਗੜ੍ਹੀਆ ਸਰਦਾਰ ਜੱਸਾ ਸਿੰਘ ਦੀ ਮਦਦ ਕਰਨੀ ਠੀਕ ਸਮਝੀ ਤੇ ਗਵਾਚੇ ਇਲਾਕੇ ਵਾਪਸ ਦਿਲਵਾਏ। ਸਰਦਾਰ ਜੈ ਸਿੰਘ ਨੇ ਆਪਣੀ ਪੋਤਰੀ ਦੀ ਸ਼ਾਦੀ ਮਹਾਂ ਸਿੰਘ ਦੇ ਲੜਕੇ ਨਾਲ ਕਰ ਦਿੱਤੀ। ਇਸ ਸਬੰਧ ਨੇ ਸਰਦਾਰ ਮਹਾਂ ਸਿੰਘ ਨੂੰ ਕਾਫੀ ਜਿਹੜਾ ਹੈ ਉਹ ਲਾਭ ਪਹੁੰਚਾਇਆ। ਪਹਾੜੀ ਰਾਜੇ ਸੰਸਾਰ ਚੰਦ ਨਾਲ ਸੰਧੀ ਕਰਕੇ ਸਰਦਾਰ ਜੈ ਸਿੰਘ ਕਨਈਆ ਨੂੰ ਇੱਕ ਤਗੜੀ ਹਾਰ ਦਿੱਤੀ। ਸ਼ੁਕਰਚਿੱਕੀਆ ਸਰਦਾਰ ਨੇ ਆਪ ਉਹ ਗਲਤੀ ਨਾ ਕੀਤੀ ਜੋ ਬਾਕੀ ਮਿਸਲਾਂ ਵਾਲੇ ਕਰਦੇ ਸਨ। ਆਪ ਨੇ ਮਿਸਲ ਦਾ ਪ੍ਰਭਾਵ ਤੇ ਅਧਿਕਾਰ ਖੇਤਰ ਰਾਵੀ ਤੋਂ ਪਾਰ ਨਾ ਬਣਾਇਆ, ਸਗੋਂ ਰਾਮਨਗਰ ਤੇ ਗੁਜਰਾਂਵਾਲਾ ਰੱਖਿਆ। ਸਰਦਾਰ ਮਹਾਂ ਸਿੰਘ ਨੇ ਪੀਰ ਮੁਹੰਮਦ ਖਾਨ ਦੇ ਸਾਰੇ ਇਲਾਕੇ ਨੂੰ 3 ਮਹੀਨਿਆਂ ਵਿੱਚ ਹੀ ਆਪਣੇ ਅਧੀਨ ਕਰ ਲਿਆ। ਕਈ ਮੁਸਲਮਾਨੀ ਪਵਿੱਤਰ ਵਸਤੂਆਂ ਸਰਦਾਰ ਮਹਾਂ ਸਿੰਘ ਦੇ ਹੱਥ ਪਈਆਂ
ਪਰ ਉਹਨਾਂ ਸਤਿਕਾਰ ਨਾਲ ਗੁਜਰਾਂ ਵਾਲੇ ਪਹੁੰਚਾ ਦਿੱਤੀਆਂ। ਇਸ ਨਾਲ ਸਾਰੇ ਪਾਸੇ ਉਹਨਾਂ ਦੀ ਜਿਹੜੀ ਹੈ ਉਹ ਬੜੀ ਪ੍ਰਸਿੱਧੀ ਹੋਈ। ਜੰਮੂ ਤੇ ਉਸਦੀ ਖਾਸ ਤੌਰ ਤੇ ਨਜ਼ਰ ਸੀ। ਜਦ ਜੰਮੂ ਦਾ ਰਾਜਾ ਬਲਰਾਜ ਦੇਵ ਸ਼ਹਿਰ ਛੱਡ ਕੇ ਨੱਸ ਗਿਆ ਤਾਂ ਵਸਨੀਕ ਬਹੁਤ ਘਬਰਾਏ। ਤਾਂ ਆਪ ਜੀ ਨੇ ਉਸ ਸਮੇਂ ਉਹਨਾਂ ਨੂੰ ਸੰਦੇਸ਼ ਭੇਜਿਆ ਕਿ ਅਸੀਂ ਸ਼ਹਿਰ ਲੁੱਟਣ ਨਹੀਂ ਆਏ, ਤੁਸੀਂ ਨਿਸ਼ਚਿੰਤ ਰਹੋ, ਸਾਨੂੰ ਕੇਵਲ ਜੰਮੂ ਦੇ ਰਾਜ ਨਾਲ ਮਤਲਬ ਹੈ। ਸਰਦਾਰ ਮਹਾਂ ਸਿੰਘ ਜੀ ਦੀ ਸਿਆਣਪ ਤੇ ਸੂਝ ਦੀ ਸਾਰੇ ਪ੍ਰਸ਼ੰਸਾ ਕਰਦੇ ਸਨ। ਸਿੱਧੀ ਟੱਕਰ ਲੈਣ ਯੋਗ ਨਹੀਂ ਸੀ। ਸਮਾਂ ਟਪਾਉਣ ਤੇ ਫਿਰ ਸਮੇਂ ਉੱਤੇ ਹੀ ਸੱਟ ਮਾਰਨੀ ਅਸਲ ਰਾਜਨੀਤੀ ਹੈ। 1791 ਵਿੱਚ ਇਸ ਮਿਸਲ ਦਾ ਖੇਤਰ ਰਾਵੀ ਤੋਂ ਰੋਹਤਾਸ ਤੱਕ ਬਣ ਗਿਆ। ਅਗਲੇ ਸਾਲ 1792 ਈਸਵੀ ਭਰ ਜਵਾਨੀ ਵਿੱਚ ਸਰਦਾਰ ਮਹਾਂ ਸਿੰਘ ਦੀ ਅਕਾਲ ਚਲਾਣੇ ਨਾਲ, ਭਾਵੇਂ ਇਸ ਅਕਾਲ ਚਲਾਣੇ ਜਾਂ ਮੌਤ ਵਿੱਚ ਸ਼ੁਕਰ ਚੱਕੀਆ ਮਿਸਲ ਨੂੰ ਬਹੁਤ ਨੁਕਸਾਨ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਖੂਬਸੂਰਤੀ ਨਾਲ ਮੌਕਾ ਸੰਭਾਲ ਲਿਆ। ਜਿਸ ਤਰ੍ਹਾਂ ਰਣਜੀਤ ਸਿੰਘ ਨੇ ਪੰਜਾਬ ਉੱਤੇ ਆਪਣਾ ਰਾਜ ਕਾਇਮ ਕੀਤਾ, ਉਹ ਇੱਕ ਵੱਖਰਾ ਜਿਹੜਾ ਹੈ ਉਹ ਇਤਿਹਾਸ ਹੈ। ਕਿਹਾ ਜਾਂਦਾ ਹੈ ਕਿ ਜੇ ਸਰਦਾਰ ਮਹਾਂ ਸਿੰਘ ਕੁਝ ਚਿਰ ਹੋਰ ਜਿੰਦਾ ਰਹਿੰਦੇ ਤਾਂ ਜੋ ਰਾਜ 40 ਸਾਲ ਹੀ ਆਪਣੀ ਦਿੱਖ ਦਿਖਾ ਸਕਿਆ, ਉਹ ਸ਼ਾਇਦ ਪੱਕੇ ਪੈਰਾਂ ਉੱਤੇ ਹੋ ਜਾਂਦਾ। ਇਸ ਮਿਸਲ ਕੋਲ 7000 ਦੇ ਕਰੀਬ ਸਿਪਾਹੀ ਸਨ। ਇਸ ਮਿਸਲ ਦੀ ਗਿਣਤੀ ਤਕਰੀਬਨ ਇੱਕੋ ਜਿਹੀ ਹੀ ਰਹੀ। ਪੰਜਾਬ ਸੰਗਠਿਤ ਤੇ ਫਿਰ ਰਾਜ ਕਾਇਮ ਕਰਨ ਦਾ ਸਿਹਰਾ ਇਸ ਮਿਸਲ ਦੇ ਆਗੂਆਂ ਸਿਰ ਹੈ। ਹੁਣ ਗੱਲ ਕਰਦੇ ਹਾਂ ਨਕਈ ਮਿਸਲ ਦੀ। ਲਾਹੌਰ ਅਤੇ ਮੁਲਤਾਨ ਦੇ ਨਾਕਿਆਂ ਦੀ ਪੋਜੀਸ਼ਨ ਪੰਜਾਬ ਦੇ ਇਤਿਹਾਸ ਵਿੱਚ ਸਦਾ ਮਹੱਤਵਪੂਰਨ ਰਹੀ ਹੈ। ਅਬਦਾਲੀ ਦੇ ਹਮਲਿਆਂ ਤੇ ਫਿਰ ਤੈਮੂਰ ਦੇ ਹਮਲਿਆਂ ਵੇਲੇ ਇਹਨਾਂ ਨਾਕਿਆਂ ਨੂੰ ਖਾਸ ਥਾਂ ਪ੍ਰਾਪਤ ਹੋ ਗਈ ਸੀ। ਸਿੱਖ ਵੀ ਇਹਨਾਂ ਨਾਕਿਆਂ ਦੀ ਮਹੱਤਤਾ ਨੂੰ ਸਮਝਦੇ ਸਨ ਤੇ ਪੰਜਾਬ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਇਹਨਾਂ ਨਾਕਿਆਂ ਉੱਤੇ ਕਬਜ਼ਾ ਕਰਨਾ ਜ਼ਰੂਰੀ ਸਮਝਿਆ। ਨਾਕਿਆਂ ਉੱਤੇ ਜਥੇਦਾਰ ਹੀਰਾ ਸਿੰਘ ਨੇ ਕਬਜ਼ਾ ਕਰਕੇ ਇਸ ਮਿਸਲ ਦੀ ਬੁਨਿਆਦ ਰੱਖੀ। ਫਿਰ ਇਸ ਨੇ ਅੱਗੇ ਵੱਧ ਕੇ ਦਰਿਆ ਸਤਲੁਜ ਦੇ ਕੰਢੇ ਦੂਰ ਦੂਰ ਤੱਕ ਮੁਲਕ ਫਤਿਹ ਕਰ ਲਿਆ। ਸਰਦਾਰ ਹੀਰਾ ਸਿੰਘ ਭਰਵਾਲ ਦੇ ਚੌਧਰੀ ਹੇਮਰਾਜ ਦੇ ਪੁੱਤਰ ਸਨ। ਭਰਵਾਲ ਤਹਿਸੀਲ ਦੁਨੀਆ ਵਿੱਚ ਇੱਕ ਪ੍ਰਸਿੱਧ ਪਿੰਡ ਸੀ। ਤਹਿਸੀਲ ਚੂਨੀਆ ਵਿੱਚ ਇੱਕ ਪ੍ਰਸਿੱਧ ਪਿੰਡ ਸੀ ਜਿਸ ਨੂੰ ਨੱਕਾ ਕਹਿੰਦੇ ਸਨ। ਹੀਰਾ ਸਿੰਘ ਨੇ ਅੰਮ੍ਰਿਤ ਛਕਿਆ ਤੇ ਪਿੰਡ ਦੇ ਹੋਰ ਜਵਾਨਾਂ ਨੂੰ ਇਕੱਤਰ ਕਰਕੇ ਜਥਾ ਬਣਾ ਲਿਆ। ਛੇਤੀ ਹੀ ਮੁਲਕ ਨੱਕਾ ਦਾ ਮਾਲਕ ਵੀ ਬਣ ਗਿਆ। ਸਾਰੇ ਨਾਕਿਆਂ ਉੱਤੇ ਕਬਜ਼ਾ ਕਰਕੇ ਸਿੱਖ ਜਦੋਜਹਿਦ ਵਿੱਚ ਪੂਰਨ ਹਿੱਸਾ ਪਾਇਆ। ਆਉਣ ਜਾਣ ਵਾਲੇ ਹਮਲਾਵਰ ਫੌਜ ਨੂੰ ਇਹ ਮਿਸਲ ਰੋਕ ਪਾਉਂਦੀ ਸੀ। ਲੋੜ ਸਮੇਂ ਸੀਨਾ ਤਾਣ ਕੇ ਖੜੀ ਹੋ ਜਾਂਦੀ ਤੇ ਬਾਕੀ ਮਿਸਲਾਂ ਨੂੰ ਸੂਚਨਾ ਹੋ ਜਾਂਦੀ ਸੀ। ਵੱਡੇ ਘੱਲੂਘਾਰੇ ਵੇਲੇ ਇਸ ਮਿਸਲ ਨੇ ਹੀ ਖਬਰ ਪਹੁੰਚਾਈ ਸੀ ਕਿ ਅਬਦਾਲੀ ਮਹੀਨਿਆਂ ਦਾ ਸਫ਼ਰ ਦਿਨਾਂ ਵਿੱਚ ਕਰਕੇ ਪੁੱਜ ਰਿਹਾ ਹੈ। 1767 ਵਿੱਚ ਜਦ ਜਥੇਦਾਰ ਹੀਰਾ ਸਿੰਘ ਨੂੰ ਸ਼ਿਕਾਇਤਾਂ ਪੁੱਜੀਆਂ ਕਿ ਬਾਬਾ ਫਰੀਦ ਦੀ ਗੱਦੀ ਦਾ ਵਾਰਸ ਸ਼ੇਖ ਸੁਜਾ ਰਵਾਇਤੀ ਰਵਾਦਾਰੀ ਛੱਡ ਕੇ ਹਿੰਦੂਆਂ ਦੇ ਜਜ਼ਬਾਤ ਨਾਲ ਖੇਡ ਰਿਹਾ ਹੈ, ਤਾਂ ਜਥੇਦਾਰ ਹੀਰਾ ਸਿੰਘ ਨੇ ਪਾਕਪਟਨ ਉੱਤੇ ਹੱਲਾ ਬੋਲਿਆ। ਇਸ ਹੱਲੇ ਵਿੱਚ ਜਥੇਦਾਰ ਮਾਰੇ ਗਏ ਤੇ ਫੌਜ ਬੋਹੜਵਾਲ ਨੂੰ ਪਰਤ ਆਈ। ਜਥੇਦਾਰ ਦਾ ਆਪਣਾ ਪੁੱਤਰ ਸਰਦਾਰ ਡਲ ਸਿੰਘ ਨਾਬਾਲਗ ਸੀ, ਇਸ ਲਈ ਜਥੇਦਾਰੀ ਉਹਨਾਂ ਦੇ ਭਰਾ ਸਰਦਾਰ ਧੰਨਾ ਸਿੰਘ ਦੇ ਪੁੱਤਰ ਸਰਦਾਰ ਨਾਰ ਸਿੰਘ ਦੇ ਹੱਥ ਆਈ। ਸਰਦਾਰ ਨਾਰ ਸਿੰਘ ਵੀ ਬਹੁਤੀ ਦੇਰ ਜੀਵਤ ਨਾ ਰਹੇ। ਕੋਟ ਕਮਾਲੀਆ ਦੀ ਲੜਾਈ ਵਿੱਚ 1768 ਨੂੰ ਸਰਦਾਰ ਨਾਰ ਸਿੰਘ ਵੀ ਸ਼ਹੀਦ ਹੋ ਗਏ। ਜਥੇਦਾਰ ਨਾਰ ਸਿੰਘ ਬਾਅਦ ਵਿੱਚ ਇਸ ਮਿਸਲ ਦੀ ਅਗਵਾਈ ਜਥੇਦਾਰ ਰਣ ਸਿੰਘ ਨੂੰ ਦੇ ਦਿੱਤੀ ਗਈ। ਜਦ ਸਾਰੀਆਂ ਮਿਸਲਾਂ ਨੇ ਆਪਣੇ ਪ੍ਰਭਾਵ ਖੇਤਰ ਵਧਾਉਣੇ ਆਰੰਭੇ ਤਾਂ ਇਸ ਮਿਸਲ ਨੇ ਵੀ ਆਪਣਾ ਧਿਆਨ ਮੁਲਤਾਨ ਤੇ ਕਸੂਰ ਵੱਲ ਕੀਤਾ। ਭੰਗੀ ਮਿਸਲ ਵਾਲੇ ਇਸ ਮਿਸਲ ਦੀ ਮਹੱਤਤਾ ਤੇ ਤਾਕਤ ਤੋਂ ਜਾਣੂ ਸਨ। ਜਥੇਦਾਰ ਗੰਡਾ ਸਿੰਘ ਨੇ ਇਸ ਮਿਸਲ ਦੀ ਮਦਦ ਮੰਗੀ ਤਾਂ ਕਿ ਮੁਲਤਾਨ ਨੂੰ ਫਤਿਹ ਕੀਤਾ ਜਾਵੇ। ਮੁਲਤਾਨ ਦੀ ਜਿੱਤ ਤੇ ਫਿਰ ਕਸੂਰ ਨੂੰ ਕਬਜ਼ੇ ਵਿੱਚ ਕਰਨ ਨਾਲ ਇਸ ਮਿਸਲ ਦਾ ਵੀ ਸਨਮਾਨ ਵਧਿਆ। ਜਥੇਦਾਰ ਰਣ ਸਿੰਘ ਇੱਕ ਚੰਗੇ ਨੀਤੀਵਾਨ ਸਨ। ਉਹਨਾਂ ਸਾਰੀਆਂ ਮਿਸਲਾਂ ਵਿਚਕਾਰ ਆਪਣਾ ਜਿਹੜਾ ਹੈ ਉਹ ਬੈਲੈਂਸ ਕਾਇਮ ਰੱਖਿਆ ਹੋਇਆ ਸੀ। ਆਪਣੀ ਇਸ ਮਹੱਤਵਪੂਰਨ ਥਾਂ ਸਦਕਾ
ਇਸ ਮਿਸਲ ਦੀ ਜ਼ਰੂਰਤ ਬਣੀ ਰਹੀ ਅਤੇ ਸਤਿਕਾਰ ਵੀ ਬਣਿਆ ਰਿਹਾ। ਇਸ ਮਿਸਲ ਦਾ ਅਧਿਕਾਰ ਚੂਨੀਆਂ, ਕਸੂਰ, ਸ਼ਰਕਪੁਰ, ਗੁੱਗਰ ਤੇ ਕੋਟ ਕਮਾਲੀਆ ਤੱਕ ਸੀ। ਪਰ ਜਦ ਜਥੇਦਾਰ ਰਣ ਸਿੰਘ ਦਾ ਕਾਜ ਚਲਾਣਾ ਹੋਇਆ 1790 ਵਿੱਚ, ਤਾਂ ਜਥੇਦਾਰੀ ਗਿਆਨ ਸਿੰਘ ਦੇ ਹੱਥ ਆ ਗਈ। ਇਸ ਮਿਸਲ ਦੀ ਗਿਣਤੀ ਤਕਰੀਬਨ 3000 ਸੀ। ਨਾਕਿਆਂ ਉੱਤੇ ਹੋਣ ਕਰਕੇ ਸਾਰੇ ਹੀ ਲੜਨ ਭਿੜਨ ਨੂੰ ਤੇਜ਼ ਸਨ। ਜਥੇਦਾਰ ਰਣ ਸਿੰਘ ਨੇ ਤਾਂ ਇਹਨਾਂ ਨੂੰ ਇੱਕ ਲੜੀ ਵਿੱਚ ਬੱਧੀ ਰੱਖਿਆ ਸੀ, ਪਰ ਜਦ ਉਸ ਜੈਸਾ ਯੋਗ ਜਰਨੈਲ ਨਾ ਰਿਹਾ ਤਾਂ ਇਹ ਮਿਸਲ ਦੇ ਸਿਪਾਹੀ ਆਪੋ ਵਿੱਚ ਹੀ ਲੜਨ ਲੱਗ ਪਏ। ਸਰਦਾਰ ਗਿਆਨ ਸਿੰਘ ਦੀ ਮੌਤ 1804 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1807 ਵਿੱਚ ਇਹਨਾਂ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਸਰਦਾਰ ਗਿਆਨ ਸਿੰਘ ਦੇ ਪੁੱਤਰ ਸਰਦਾਰ ਕਾਹਨ ਸਿੰਘ ਨੂੰ 1.5 ਲੱਖ ਰੁਪਏ ਦੀ ਜਗੀਰ ਦੇ ਕੇ ਆਪਣੇ ਨਾਲ ਮਿਲਾਇਆ। ਦੂਜਾ, ਭੰਗੀ ਮਿਸਲ ਤੇ ਸ਼ੁਕਰ ਚੱਕਿਆ ਮਿਸਲ ਵਿਚਕਾਰ ਖੜਕ ਪਈ। ਇਹ ਮਿਸਲ ਦੇ ਇਲਾਕੇ ਦੋਹਾਂ ਨਾਲ ਲੱਗਦੇ ਸਨ। ਇਹ ਮਿਸਲ ਬੈਲੈਂਸ ਰੱਖਣ ਵਿੱਚ ਨਾਕਾਮਯਾਬ ਰਹੀ, ਇਸ ਲਈ ਇਹ ਮਿਸਲ ਕੁਝ ਪਿੰਡਾਂ ਤੱਕ ਹੀ ਸੀਮਤ ਰਹਿ ਕੇ ਖਤਮ ਹੋ ਗਈ। ਤੀਜਾ ਕਾਰਨ ਹੈ, ਇਸ ਮਿਸਲ ਦਾ ਕੋਈ ਵੀ ਜੋ ਉੱਤਰਾਧਿਕਾਰੀ ਇੰਨਾ ਮਜ਼ਬੂਤ ਨਹੀਂ ਸੀ ਕਿ ਨਾਕਿਆਂ ਦੇ ਇਲਾਕਿਆਂ ਨੂੰ ਆਪਣੇ ਕਾਬੂ ਵਿੱਚ ਰੱਖ ਸਕੇ, ਤੇ ਨਾ ਹੀ ਮਿਸਲ ਦੀ ਕੋਈ ਉੱਚੀ ਖਾਹੇ ਸੀ। ਆਓ ਹੁਣ ਗੱਲ ਕਰਦੇ ਹਾਂ ਡੱਲੇ ਵਾਲੀਆ ਮਿਸਲ ਦੀ। 1745 ਵਿੱਚ ਸਰਬੱਤ ਖਾਲਸਾ ਨੇ ਇਹ ਗੁਰਮਤਾ ਪਾਸ ਕੀਤਾ ਕਿ ਰਾਵੀ ਦੇ ਕਿਨਾਰੇ ਇੱਕ ਕਿਲਾ ਬਣਾਇਆ ਜਾਏ ਜੋ ਦੁਸ਼ਮਣਾਂ ਨੂੰ ਰੋਕਣ ਦੇ ਕੰਮ ਆ ਸਕੇ ਤੇ ਸਮੇਂ ਸਿਰ ਪਨਾਹ ਵੀ ਬਣ ਸਕੇ। ਇਹ ਕਿਲਾ ਪਿੰਡ ਡੱਲੇਵਾਲ ਬਣਾਇਆ ਗਿਆ। ਕਿਲਾ ਬਣ ਜਾਣ ਉਪਰੰਤ ਸਰਦਾਰ ਗੁਰਦਿਆਲ ਸਿੰਘ ਨੂੰ ਇਸ ਕਿਲੇ ਦਾ ਨਿਗਰਾਨ ਬਣਾਇਆ ਗਿਆ। ਸਰਦਾਰ ਗੁਰਦਿਆਲ ਸਿੰਘ ਜੀ ਤਰਨਾ ਦਲ ਦੇ ਇੱਕ ਜਥੇ ਦੇ ਜਥੇਦਾਰ ਸਨ। ਇਹਨਾਂ ਬੜੀ ਯੋਗਤਾ ਤੇ ਸਿਆਣਪ ਨਾਲ ਕਿਲੇ ਦੀ ਨਿਗਰਾਨੀ ਕੀਤੀ ਤੇ ਲੋੜ ਸਮੇਂ ਅੱਗੇ ਵੱਧ ਕੇ ਲੜੇ। ਇਸ ਕਿਲੇ ਦੀ ਰਾਖੀ ਤੇ ਸੰਭਾਲ ਕਰਕੇ ਆਪ ਜੀ ਦਾ ਨਾਮ ਹੀ ਡੱਲੇਵਾਲੀਆ ਪੈ ਗਿਆ, ਜਿਵੇਂ ਸਰਦਾਰ ਜੱਸਾ ਸਿੰਘ ਨਾਲ ਰਾਮਗੜੀਆ ਜੁੜ ਗਿਆ ਸੀ। ਸਰਦਾਰ ਗੁਰਦਿਆਲ ਸਿੰਘ ਦੀ ਸ਼ਹੀਦੀ ਨੂੰ ਕੌਮ ਸਤਿਕਾਰ ਨਾਲ ਦੇਖਦੀ ਸੀ। ਛੋਟੇ ਘੱਲੂਘਾਰੇ ਵੇਲੇ ਸਿੱਖ ਤਿੰਨਾਂ ਪਾਸਿਆਂ ਤੋਂ ਘੇਰੇ ਗਏ ਸਨ। ਇੱਕ ਪਾਸੇ ਰਾਵੀ ਸੀ, ਦੂਜੇ ਪਾਸੇ ਰੇਗਿਸਤਾਨ ਤੇ ਪਿੱਛੋਂ ਲਖਪਤ ਰਾਏ ਅਤੇ ਯਹੀਆ ਖਾਨ ਦੀਆਂ ਫੌਜਾਂ ਆ ਰਹੀਆਂ ਸਨ। ਸਿੱਖ ਇਹ ਵਿਚਾਰ ਬਣਾਇਆ ਕਿ ਰਾਵੀ ਪਾਰ ਕਰ ਲਈ ਜਾਏ। ਮਹੀਨਾ ਜੇਠ ਦਾ ਸੀ ਤੇ ਦਰਿਆ ਆਪਣੇ ਜੋਬਨ ਉੱਤੇ ਸੀ ਅਤੇ ਪਾਣੀ ਵੀ ਰੋੜੂ ਸੀ। ਸਰਦਾਰ ਗੁਰਦਿਆਲ ਸਿੰਘ ਨੇ ਸਲਾਹ ਦਿੱਤੀ ਕਿ ਉਹ ਘੋੜਾ ਪਾ ਕੇ ਦੇਖਦਾ ਹੈ ਕਿ ਕਿਤਨੀ ਛਲ ਹੈ ਤੇ ਪਾਣੀ ਕਿਤਨਾ ਡੂੰਘਾ ਹੈ। ਰਾਵੀ ਦੀ ਛਲ ਅੱਗੇ ਇਹਨਾਂ ਦੀ ਪੇਸ਼ ਨਹੀਂ ਸੀ ਗਈ ਅਤੇ ਉਹ ਸਮੇਤ ਆਪਣੇ ਭਰਾ ਦੇ ਰਾਵੀ ਵਿੱਚ ਹੀ ਸ਼ਹੀਦ ਹੋ ਗਏ ਸਨ। ਉਹ ਆਪ ਤਾਂ ਸ਼ਹੀਦ ਹੋ ਗਏ ਸਨ, ਪਰ ਕਈ ਹਜ਼ਾਰਾਂ ਜਾਨਾਂ ਨੂੰ ਬਚਾਉਣ ਵਿੱਚ ਉਹ ਸਫਲ ਹੋ ਗਏ। ਜੋ ਕਾਫਲਾ ਰਾਵੀ ਵਿੱਚ ਪੈਰ ਪਾ ਦਿੰਦਾ ਤਾਂ ਸਾਰਿਆਂ ਹੀ ਸ਼ਹੀਦ ਹੋ ਜਾਣਾ ਸੀ। ਇਸ ਤਰ੍ਹਾਂ ਇਸ ਮਿਸਲ ਦੇ ਆਗੂ ਦੇ ਪੂਰਨੇ ਉੱਤੇ ਹੀ ਸਾਰੇ ਮਿਸਲ ਦੇ ਸਿਪਾਹੀ ਟੁਰਦੇ ਰਹੇ। ਸਰਦਾਰ ਗੁਰਦਿਆਲ ਸਿੰਘ ਉਪਰੰਤ ਇਸ ਮਿਸਲ ਦੀ ਅਗਵਾਈ ਜਥੇਦਾਰ ਤਾਰਾ ਸਿੰਘ ਘੇਬਾ ਦੇ ਹੱਥ ਆਈ। ਸਰਦਾਰ ਤਾਰਾ ਸਿੰਘ ਘੇਬਾ ਦੀ ਸਰਦਾਰ ਗੁਰਦਿਆਲ ਸਿੰਘ ਵਾਂਗ ਅਗਾਹ ਵੱਧ ਕੇ ਲੜਨ ਵਾਲੇ ਹੀ ਜਰਨੈਲ ਸਨ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਹਰੀ ਸਿੰਘ ਭੰਗੀ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਵਾਂਗੂ ਇਹ ਚੰਗੇ ਜਰਨੈਲ ਸਨ ਜੋ ਹਰ ਸਮੇਂ ਜਾਨ ਵਾਰਨ ਲਈ ਤਤਪਰ ਰਹਿੰਦੇ ਸਨ। ਆਪਣੇ ਸਾਥੀ ਜਰਨੈਲਾਂ ਨਾਲ ਮੋਢਾ ਢਾ ਕੇ ਉਹ ਲੜਦੇ ਰਹੇ। ਉਹ ਅਤੇ ਉਹਨਾਂ ਦੀ ਮਿਸਲ ਸਤਿਕਾਰ ਨਾਲ ਦੇਖੀ ਜਾਂਦੀ ਸੀ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਟਾਕਰਾ ਉਹ ਡਟ ਕੇ ਕਰਦੇ ਰਹੇ। ਜਹਾਨ ਖਾਨ ਨਾਲ ਉਹ ਸਭ ਤੋਂ ਪਹਿਲਾਂ ਲੋਹਾ ਲੈਂਦੇ ਸਨ। ਅੰਮ੍ਰਿਤਸਰ ਦੀ ਰੱਖਿਆ ਲਈ ਇਹ ਸਭ ਤੋਂ ਪਹਿਲਾਂ ਜੂਝਦੇ ਸਨ। ਅਬਦਾਲੀ ਦਾ ਟਾਕਰਾ ਕਰਨ ਵਿੱਚ ਇਸ ਮਿਸਲ ਦਾ ਵੀ ਕਾਫੀ ਹੱਥ ਹੈ। ਕਸੂਰ ਦੇ ਕਬਜ਼ੇ ਵੇਲੇ ਭੰਗੀ ਮਿਸਲ ਦੇ ਨਾਲ ਰਲ ਕੇ ਹਮਲਾ ਕੀਤਾ। 4 ਲੱਖ ਰੁਪਇਆ ਸਰਦਾਰ ਤਾਰਾ ਸਿੰਘ ਘੇਬਾ ਦੇ ਹੱਥ ਆਇਆ। ਜਦ ਗੌਹਰ ਦਾਸ ਗੰਜ ਦੇ ਪ੍ਰਸਿੱਧ ਸੇਠ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ ਤਾਂ ਇਸ ਮਿਸਲ ਦੀ ਮਹੱਤਤਾ ਹੋਰ ਵੀ ਵੱਧ ਗਈ। ਸਰਹੰਦ ਦੀ ਇੱਟ ਨਾਲ ਇੱਟ ਵਜਾਉਣ ਵੇਲੇ ਵੀ ਆਪ ਅੱਗੇ ਸਨ।
ਇਸ ਮਿਸਲ ਦੇ ਸਿਪਾਹੀਆਂ ਦੀ ਗਿਣਤੀ 9000 ਦੇ ਕਰੀਬ ਸੀ। ਅਬਦਾਲੀ ਬਾਅਦ ਇਸ ਮਿਸਲ ਨੇ ਆਪਸ ਦੇ ਝਗੜੇ ਵਿੱਚ ਖਾਸ ਹਿੱਸਾ ਨਾ ਲਿਆ। ਇੱਕ ਤਾਂ ਸਰਦਾਰ ਤਾਰਾ ਸਿੰਘ ਘੇਬਾ ਬਿਰਧ ਸਨ ਤੇ ਨਿੱਤ ਦੀ ਲੜਾਈ ਵਿੱਚ ਹਿੱਸਾ ਲੈਣ ਯੋਗ ਨਹੀਂ ਸਨ। ਦੂਸਰੇ, ਉਹ ਆਪੋ ਵਿੱਚ ਹੀ ਲੜਾਈ ਨੂੰ ਨਿਰਮੂਲ ਸਮਝਦੇ ਸਨ। ਕਈ ਵਾਰ ਉਹਨਾਂ ਮਿਸਲਾਂ ਦੀ ਆਪੋ ਵਿੱਚ ਦੀ ਦੌੜ ਨੂੰ ਰੋਕਣ ਲਈ ਵੀ ਕਿਹਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਤਾਰਾ ਸਿੰਘ ਘੇਬਾ ਨੂੰ ਦੀ ਬਿਰਧ ਅਵਸਥਾ ਤੋਂ ਦੇਖਦੇ ਹੋਏ ਸਰਦਾਰ ਫਤਿਹ ਸਿੰਘ ਆਹਲੂਵਾਲੀਆ ਨੂੰ ਇਹਨਾਂ ਦੇ ਇਲਾਕੇ ਉੱਤੇ ਜਿਹੜਾ ਹੈ ਉਹ ਕਬਜ਼ਾ ਕਰਨ ਲਈ ਭੇਜਿਆ। ਸਰਦਾਰ ਤਾਰਾ ਸਿੰਘ ਮੁਕਾਬਲਾ ਕਰਨ ਯੋਗ ਨਹੀਂ ਸਨ, ਸੋ ਕੁਝ ਪਿੰਡਾਂ ਤੱਕ ਹੀ ਮਿਸਲ ਦਾ ਪ੍ਰਭਾਵ ਸੀਮਤ ਹੋ ਗਿਆ। ਸਰਦਾਰ ਤਾਰਾ ਸਿੰਘ ਉਪਰੰਤ ਸਰਦਾਰ ਦਸਵੰਧਾ ਸਿੰਘ ਤੇ ਸਰਦਾਰ ਚੰਦਾ ਸਿੰਘ ਨੇ ਇਸ ਮਿਸਲ ਦੀ ਅਗਵਾਈ ਸੰਭਾਲੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਬਹਾਨਾ ਬਣਾ ਕੇ ਇਹਨਾਂ ਪਿੰਡਾਂ ਉੱਤੇ ਵੀ ਕਬਜ਼ਾ ਕਰ ਲਿਆ। ਇਸ ਮਿਸਲ ਦਾ ਪ੍ਰਭਾਵ ਖੇਤ ਰਾਵੀ ਦਾ ਬੇਟ ਹੀ ਰਿਹਾ। ਆਓ ਇਹਨਾਂ ਦੇ ਨਾਂ ਦੇ ਨਾਲ ਜੋ ਘੇਬਾ ਲਫ਼ਜ਼ ਲੱਗਿਆ ਹੈ, ਆਓ ਉਹਦੇ ਬਾਰੇ ਥੋੜੀ ਆਪ ਜੀ ਨੂੰ ਜਾਣਕਾਰੀ ਦੇ ਦਿਆਂ। ਘੇਬਾ ਸ਼ਬਦ ਦਾ ਅਰਥ ਹੈ ਵਿਚਿੱਤਰ, ਵੰਡਰਫੁਲ। ਸਰਦਾਰ ਤਾਰਾ ਸਿੰਘ ਹੁਸ਼ਿਆਰੀ ਤੇ ਜੁਰਤ ਵਿੱਚ ਵਿਚਿੱਤਰ ਸ਼ਕਤੀ ਦੇ ਮਾਲਕ ਸਨ। ਆਖਦੇ ਹਨ ਕਿ ਆਪ ਜੀ ਦਾ ਪਿੰਡ ਨਦੀ ਦੇ ਕਿਨਾਰੇ ਸੀ ਤੇ ਖੇਤ ਦੇ ਘਾਹ ਦੂਜੇ ਪਾਸੇ ਸੀ। ਇਹਨਾਂ ਲਈ ਭੇਡਾਂ ਪਾਲਣਾ ਮੁਸ਼ਕਲ ਸੀ, ਸੋ ਇਹਨਾਂ ਨਦੀਆਂ ਦੇ ਰੱਸਿਆਂ ਦਾ ਪੁਲ ਬਣਾਇਆ ਤੇ ਰੋਜ਼ ਭੇਡਾਂ ਨੂੰ ਰੱਸਿਆਂ ਦੇ ਪੁਲ ਉਤੋਂ ਖੇਤਾਂ ਵਿੱਚ ਚਰਾਉਣ ਲਈ ਲੈ ਜਾਂਦੇ ਸਨ। ਇਸ ਸੁਗੜਤਾ ਵਿੱਚ ਸਿਆਣਪ ਕਰਕੇ ਹੀ ਆਪ ਜੀ ਦਾ ਨਾਮ ਘੇਬਾ ਪਿਆ ਸੀ। ਆਓ ਹੁਣ ਕਰੋੜ ਸਿੰਘਿਆ ਮਿਸਲ ਦੀ ਗੱਲ ਕਰਦੇ ਹਾਂ। ਇਹ ਕਰੋੜਮਾਲ ਨਾਮ ਦਾ ਸੇਠ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ ਕਰੋੜਾ ਸਿੰਘ ਸਜਿਆ। ਸਰ ਕਰੋੜਾ ਸਿੰਘ ਤਰਨਾ ਦਲ ਦੇ ਜਥੇਦਾਰ ਸਨ ਤੇ 1748 ਵਿੱਚ ਇਹਨਾਂ ਨੇ ਆਪਣਾ ਵੱਖਰਾ ਜਥਾ ਬਣਾਇਆ। ਉਸ ਜਥੇ ਦਾ ਨਾਮ ਹੀ ਕਰੋੜਾ ਸਿੰਘ ਦਾ ਜਥਾ ਪੈ ਗਿਆ। ਇਹ ਮਿਸਲ ਵੀ ਸਿੱਖ ਜਦੋਜਹਿਦ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੀ ਰਹੀ। ਇਸ ਜਥੇ ਨੇ ਬਹੁਤੀ ਸਹਾਇਤਾ ਮਾਇਆ ਤੇ ਰਸਦ ਆਦਿ ਨਾਲ ਕੀਤੀ। ਜਦ ਵੀ ਮਾਇਆ ਦੀ ਔਕੜ ਆਈ, ਇਸ ਮਿਸਲ ਨੇ ਉਸ ਨੂੰ ਤੁਰੰਤ ਪੂਰਾ ਕੀਤਾ। ਇਸ ਮਿਸਲ ਦਾ ਪ੍ਰਭਾਵ ਤੇ ਅਧਿਕਾਰ ਖੇਤਰ ਸਤਲੁਜ ਪਾਰ ਦੇ ਇਲਾਕੇ ਵਿੱਚ ਸੀ। ਸਤਲੁਜ ਤੋਂ ਪਾਰ ਇਸ ਮਿਸਲ ਦੀ ਮਰਜ਼ੀ ਤੋਂ ਬਗੈਰ ਕੋਈ ਅਧਿਕਾਰ ਜਾਂ ਪ੍ਰਭਾਵ ਨਹੀਂ ਸੀ ਆਪਣਾ ਫੈਲਾ ਸਕਦਾ। ਸਰਹੰਦ ਇਸ ਮਿਸਲ ਦਾ ਨਿਸ਼ਾਨਾ ਸੀ ਤੇ ਸਭ ਤੋਂ ਪਹਿਲਾਂ ਇਸ ਮਿਸਲ ਨੇ ਹੀ ਲੁੱਟਿਆ ਸੀ। ਅਬਦਾਲੀ ਦੇ ਚੌਥੇ ਹਮਲੇ ਵੇਲੇ ਅਬਦਾਲੀ ਉੱਤੇ ਵੀ ਹੈਰਾਨ ਕਰਨ ਵਾਲਾ ਹਮਲਾ ਇਸ ਮਿਸਲ ਨੇ ਹੀ ਕੀਤਾ ਸੀ। ਜਲੰਧਰ ਦੁਆਬੇ ਵਿੱਚ ਵੀ ਇਸ ਮਿਸਲ ਦਾ ਕਾਫੀ ਦਬਦਬਾ ਸੀ। ਅਬਦਾਲੀ ਦੇ ਪੰਜਾਬ ਦੇ ਧਨ ਤੋਂ ਹਟ ਜਾਣ ਉਪਰੰਤ ਇਸ ਮਿਸਲ ਨੇ ਆਪਣਾ ਪ੍ਰਭਾਵ ਖੇਤਰ ਸਤਲੁਜ ਤੋਂ ਪਾਰ ਹੀ ਬਣਾਏ ਰੱਖਿਆ। ਵੱਡੀਆਂ ਵੱਡੀਆਂ ਮਾਰਾਂ ਇਸ ਮਿਸਲ ਨੇ ਮਾਰੀਆਂ। ਜਥੇਦਾਰ ਮਸਤਾਨ ਸਿੰਘ ਤੇ ਕਰਮ ਸਿੰਘ, ਜੋ ਇਸ ਜਥੇ ਦੇ ਸਿਰਕੱਢ ਲੀਡਰ ਸਨ, ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਇਹਨਾਂ ਦੇ ਚੜ੍ਹਾਈ ਕਰਨ ਜਾਣ ਉਪਰੰਤ ਜਥੇਦਾਰੀ 1761 ਨੂੰ ਸਰਦਾਰ ਬਘੇਲ ਸਿੰਘ ਜੀ ਨੇ ਸੰਭਾਲੀ। ਸਰਦਾਰ ਬਘੇਲ ਸਿੰਘ ਆਪਣੇ ਸਮੇਂ ਦੇ ਪ੍ਰਸਿੱਧ ਆਗੂ ਤੇ ਜਰਨੈਲ ਹੋ ਗੁਜਰੇ ਹਨ। ਗੰਗ ਜਮਨ ਦੁਆਬਾ ਦੀ ਕੋਈ ਵੀ ਅਜਿਹਾ ਇਲਾਕਾ ਜੋ ਨਹੀਂ ਸੀ ਜਿਸ ਨੂੰ ਇਸ ਸਰਦਾਰ ਨੇ ਨਾ ਲਤਾੜਿਆ ਹੋਵੇ। ਤਾਂ ਆਓ ਕਰੋੜੀ ਮੱਲ ਬਾਰੇ, ਜੋ ਕਰੋੜੀ ਮੱਲ 5 ਗੜ੍ਹ ਦੇ ਸਨ, ਇਸ ਲਈ ਇਸ ਮਿਸਲ ਨੂੰ 5 ਗੜੀਆ ਵੀ ਆਖਿਆ ਜਾਂਦਾ ਹੈ। ਜਥੇਦਾਰ ਕਰੋੜਾ ਸਿੰਘ ਦੀ ਆਪਣੀ ਸੰਤਾਨ ਨਹੀਂ ਸੀ, ਇਸ ਲਈ ਯੋਗ ਜਾਣ ਕੇ ਜਥੇਦਾਰੀ ਸਰਦਾਰ ਬਘੇਲ ਸਿੰਘ ਨੂੰ ਦਿੱਤੀ ਗਈ ਸੀ। ਮੁਗਲਾਂ ਦਾ ਅਧਿਕਾਰ ਇਲਾਹਾਬਾਦ ਤੇ ਪ੍ਰਾਂਤ ਤੱਕ ਹੀ ਸੀਮਤ ਸੀ। ਪੂਰਬ ਵੱਲ ਅਵਧ ਦੇ ਨਵਾਬ ਦਾ ਰਾਜ ਸੀ। ਦੱਖਣ ਵੱਲ ਭਰਤਪੁਰ 2 ਜਾਟਾਂ ਦਾ ਹੀ ਅਧਿਕਾਰ ਸੀ। ਪੱਛਮ ਵੱਲ ਰਾਜਪੂਤਾਂ ਦਾ ਉੱਪਰ ਹੱਥ ਸੀ। ਸ਼ਾਹ ਆਲਮ ਦੂਜਾ ਆਪ ਇਲਾਹਾਬਾਦ ਦਾ ਸੀ। ਦਿੱਲੀ ਨਜੀਬ ਉਦੌਲਾ ਦੇ ਅਧਿਕਾਰ ਵਿੱਚ ਸੀ। ਸ਼ਹਿਰ ਦੀ ਪੁਰਾਣੀ ਸ਼ਾਨੋ ਸ਼ੌਕਤ ਉੱਡ ਗਈ ਸੀ। ਭੁੱਖ ਹੀ ਨੱਚ ਰਹੀ ਸੀ। ਜਾਦੂ ਨਾਲ ਸਰਕਾਰ ਨੇ ਠੀਕ ਲਿਖਿਆ ਹੈ ਕਿ ਦਿੱਲੀ ਇਤਨੀ ਬਦਕਿਸਮਤ ਸੀ ਕਿ ਅਫਗਾਨਾਂ, ਮਰਾਠਿਆਂ, ਸਿੱਖਾਂ, ਜਾਟਾਂ, ਗੁਜਰਾਂ ਤੇ ਪਿੰਡਾਰੀਆਂ ਦੇ ਹੱਥੋਂ ਤਬਾਹ ਹੁੰਦੀ ਰਹੀ ਹੈ। ਕਿਸਾਨਾਂ ਦੀ ਹਾਲਤ ਬੜੀ ਦਰਦਨਾਕ ਸੀ। ਇਸ ਤਰ੍ਹਾਂ ਮਰਾਠਿਆਂ ਦਾ ਸਮਰਾਜ ਹੀ ਟੁੱਟ ਗਿਆ ਸੀ ਅਤੇ ਗਵਾਲੀਅਰ ਤੇ ਸਿੰਧੀਆ
ਬੜੌਦਾ ਤੇ ਗਾਇਕਵਾੜ, ਇੰਦੌਰ ਦੇ ਹੋਲਕਰ ਨਾਮਕ ਨਾਮ ਮਾਤਰ ਹੀ ਪੇਸ਼ਵਾ ਦੇ ਅਧੀਨ ਸਨ। ਨਾਗਪੁਰ ਦੇ ਭੌਂਸਲੇ ਨੇ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਜਲੰਧਰ ਤੋਂ ਲੈ ਕੇ ਪੀਲੀਭੀਤ ਤੱਕ ਅਤੇ ਅੰਬਾਲੇ ਤੋਂ ਅਲੀਗੜ੍ਹ ਤੱਕ ਜੋ ਹੈ ਉਹ ਬਘੇਲ ਸਿੰਘ ਦਾ ਸਿੱਕਾ ਚੱਲਦਾ ਸੀ। ਇਹਨਾਂ ਦੀ ਸ਼ਖਸੀਅਤ ਬਾਰੇ ਕਈ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਿਤ ਹਨ। ਇਹਨਾਂ ਦਾ ਆਚਰਣ ਅਤੇ ਜੁਰਤ ਅਜੇ ਤੱਕ ਸਿੱਖ ਕੌਮ ਵਿੱਚ ਅਖਾਣ ਹੈ। ਸਰਦਾਰ ਬਘੇਲ ਸਿੰਘ ਨੇ 30,000 ਸਿੰਘਾਂ ਦਾ ਦਲ ਬਣਾਇਆ ਰੱਖਿਆ ਤੇ ਪੂਰਬ ਵੱਲ ਮੱਲਾ ਮਾਰਦੇ ਰਹੇ। ਜਲਾਲਾਬਾਦ ਦੇ ਹਾਕਮ ਮੁਹੰਮਦ ਖਾਨ ਦੇ ਬਾਰੇ ਜਦ ਸੁਣਿਆ ਕਿ ਇਸ ਨੇ ਇੱਕ ਬ੍ਰਾਹਮਣੀ ਦੀ ਲੜਕੀ ਨੂੰ ਧੱਕੇ ਨਾਲ ਆਪਣੇ ਘਰ ਪਾ ਲਿਆ ਹੈ, ਤਾਂ ਪੁੱਜ ਕੇ ਉਸ ਨੂੰ ਸਜ਼ਾ ਦਿੱਤੀ ਤੇ ਲੜਕੀ ਮੋੜ ਕੇ ਲਿਆਂਦੀ ਅਤੇ ਘਰ ਪਹੁੰਚਾਈ। ਇਸ ਦਲ ਨੇ ਅਲੀਗੜ੍ਹ, ਖੁਰਜਾ, ਚੰਦੋਸੀ, ਹਾਥਰਸ ਤੇ ਇਟਾਵਾ ਨੂੰ ਵੀ ਜਾ ਘੇਰਿਆ। ਉੱਥੋਂ ਦੇ ਨਵਾਬ ਈਸਾ ਖਾਨ ਨੇ ਟਾਕਰੇ ਕੀਤੇ ਪਰ ਹਾਰ ਖਾ ਕੇ ਭੱਜ ਗਿਆ। ਸਰਦਾਰ ਬਘੇਲ ਸਿੰਘ ਉਧਰ ਇਟਾਵਾ ਤੱਕ ਮਾਰਾ ਮਾਰ ਰਿਹਾ ਸੀ। ਇੱਧਰ ਦੁਆਬੇ ਵਿੱਚ ਜਲੰਧਰ ਮੁਹੰਮਦ ਖਾਨ ਨੂੰ ਹਾਰ ਦੇ ਕੇ ਨੂਰਮਲ ਹੱਕ ਖਾਲਸਾਈ ਸਿੱਕਾ ਚਲਾਇਆ। ਨੂਰ ਮਹਿਲ ਤੱਕ ਖਾਲਸਾਈ ਸਿੱਕਾ ਚਲਾਇਆ। ਰਾਜਾ ਅਮਰ ਸਿੰਘ ਨੇ ਇਸ ਦੇ ਇਲਾਕੇ ਵਿੱਚ ਦਖਲ ਦੇਣਾ ਚਾਹਿਆ। ਦੋਵੇਂ ਫੌਜਾਂ ਦਾ ਕੁੜਾਮ ਤੇ ਮੁਕਾਮ ਤੇ ਸਾਹਮਣਾ ਹੋ ਗਿਆ, ਪਰ ਛੇਤੀ ਹੀ ਸੁਲ੍ਹਾ ਹੋ ਗਈ ਤੇ ਰਾਜਾ ਅਮਰ ਸਿੰਘ ਨੇ ਆਪਣੇ ਲੜਕੇ ਸਾਹਿਬ ਸਿੰਘ ਨੂੰ ਸਰਦਾਰ ਬਘੇਲ ਸਿੰਘ ਪਾਸੋਂ ਅੰਮ੍ਰਿਤ ਛਕਾਇਆ। ਸਰਦਾਰ ਬਘੇਲ ਸਿੰਘ ਦੀ ਮਰਜ਼ੀ ਉਲਟ ਹੁਣ ਕੋਈ ਦਿੱਲੀੋਂ ਪੰਜਾਬ ਵੱਲ ਨਹੀਂ ਸੀ ਆ ਸਕਦਾ। ਕਿਆ ਕਮਾਲ ਹੈ। ਅੱਜ ਦਾ ਮੌਕਾ ਦੇਖੋ ਤੇ ਸਰਦਾਰ ਬਘੇਲ ਸਿੰਘ ਦਾ ਮੌਕਾ ਦੇਖੋ। ਸਰਦਾਰ ਬਘੇਲ ਸਿੰਘ ਦੀ ਮਰਜ਼ੀ ਦੇ ਉਲਟ ਕੋਈ ਵੀ ਦਿੱਲੀੋਂ ਪੰਜਾਬ ਵੱਲ ਨਹੀਂ ਸੀ ਆ ਸਕਦਾ। ਕਹਿੰਦੇ ਹਨ ਕਿ ਉਹ ਐਸੇ ਨੀਤੀਵਾਨ ਸਨ ਕਿ ਸਾਰਿਆਂ ਨੂੰ ਉਹਨਾਂ ਦੀ ਹੀ ਗੱਲ ਮੰਨਣੀ ਪੈਂਦੀ ਸੀ। ਇਸ ਦੀਆਂ ਕਈ ਇੱਕ ਉਦਾਹਰਨਾਂ ਵੀ ਹਨ। 1780 ਵਿੱਚ ਜਦ ਦਿੱਲੀ ਦੇ ਵਜ਼ੀਰ ਅਬਦੁੱਲਾ ਖਾਨ ਨੇ ਸ਼ਹਿਜ਼ਾਦਾ ਫਰਜੰਦ ਨੂੰ ਪਟਿਆਲਾ ਦੇ ਅਮਰ ਸਿੰਘ ਵਿਰੁੱਧ ਭੇਜਿਆ, ਤਾਂ ਇਹਨਾਂ ਉਸ ਨੂੰ ਪਹਿਲਾਂ ਹੀ ਆਪਣੇ ਇਲਾਕੇ ਵਿੱਚੋਂ ਲੰਘਣ ਦਿੱਤਾ। ਜਦ ਉਸਦੀਆਂ ਫੌਜਾਂ ਪਟਿਆਲਾ ਪੁੱਜੀਆਂ ਤਾਂ ਸਰਦਾਰ ਬਘੇਲ ਸਿੰਘ ਉਸ ਨੂੰ ਸੋਧਣ ਲਈ ਪਟਿਆਲੇ ਟੁਰ ਗਿਆ। ਸ਼ਹਿਜ਼ਾਦੇ ਕੋਲੋਂ ਈਨ ਬਣਵਾਈ। ਇਸ ਤਰ੍ਹਾਂ ਜਦ ਮੰਨਾ ਰਾਓ ਮਰਾਠਾ ਨੇ 1787 ਈਸਵੀ ਵਿੱਚ ਪੰਜਾਬ ਤੇ ਅੱਗ ਕੀਤੀ, ਤਾਂ ਵੀ ਉਹਨਾਂ ਘੇਰੇ ਵਿੱਚ ਲੈ ਕੇ ਮਰਾਠਿਆਂ ਦੇ ਆਗੂ ਕੋਲੋਂ ਈਨ ਬਣਵਾਈ। ਸਰਦਾਰ ਬਘੇਲ ਸਿੰਘ ਨੇ ਚੰਗੀ ਤਰ੍ਹਾਂ ਦੇਖ ਲਿਆ ਸੀ ਕਿ ਦਿੱਲੀ ਤੇ ਮੁਗਲਾਂ ਦੀ ਨਾਮ ਮਾਤਰ ਹੀ ਹਕੂਮਤ ਹੈ, ਸੋ ਉਹਨਾਂ ਪੰਜਾਬ ਦੇ ਸਾਰੇ ਜਥੇਦਾਰਾਂ ਨੂੰ 1799 ਵਿੱਚ ਲਿਖਿਆ ਕਿ ਸਾਰੇ ਜਥੇਦਾਰ ਕੁਝ 94 ਸਿੰਘ ਭੇਜਣ ਤਾਂ ਕਿ ਦਿੱਲੀ ਤੇ ਕਬਜ਼ਾ ਕਰ ਲਿਆ ਜਾਏ। ਇਸ ਤਰ੍ਹਾਂ 40,000 ਦੇ ਕਰੀਬ ਖਾਲਸੇ ਦਾ ਲਸ਼ਕਰ ਉਹਨਾਂ ਪਾਸ ਇਕੱਤਰ ਹੋ ਗਿਆ। 1790 ਦੇ ਚੜ੍ਹਦੇ ਸਾਲ ਨੂੰ ਸਿੰਘ ਮਜਨੂ ਟਿਲਾ ਜਾ ਪਹੁੰਚੇ। ਅਜਮੇਰੀ ਦਰਵਾਜ਼ੇ ਵੱਲੋਂ ਸ਼ਹਿਰ ਅੰਦਰ ਦਾਖਲ ਹੋ ਕੇ ਆਪਣਾ ਪਹਿਰਾ ਪੱਕਾ ਕਰ ਲਿਆ। ਉੱਥੋਂ ਕਟੜਾ, ਨੀਲਾ ਤੇ ਮੁਗਲ ਮੁਹੱਲੇ ਤੇ ਹੱਲਾ ਬੋਲਿਆ ਤੇ ਸ਼ਹਿਰ ਦੇ ਲੋਕੀ ਨੱਸ ਉੱਠੇ। ਲਾਲ ਕਿਲਾ ਹੁਣ ਸਿੱਖਾਂ ਦੇ ਪੈਰਾਂ ਹੇਠਾਂ ਸੀ। ਬਾਦਸ਼ਾਹ ਸ਼ਾਹ ਆਲਮ ਨੇ ਵਜ਼ੀਰ ਆਜ਼ਮ ਗੌਹਰ ਨੂੰ ਭੇਜਿਆ ਕਿ ਜਿਵੇਂ ਵੀ ਹੋ ਸਕੇ ਸਿੱਖਾਂ ਨਾਲ ਸਲਾਹ ਕੀਤੀ ਜਾਏ। ਸਰਦਾਰ ਬਘੇਲ ਸਿੰਘ ਨੇ ਵਜ਼ੀਰ ਆਜ਼ਮ ਵਿਚਕਾਰ ਇਹ ਨਿਰਣਾ ਹੋਇਆ ਕਿ ਖਾਲਸੇ ਨੂੰ 3 ਲੱਖ ਰੁਪਏ ਹਰਜਾਨਾ ਦੇ ਤੌਰ ਤੇ ਦਿੱਤਾ ਜਾਏ। ਦੂਸਰਾ, ਸ਼ਹਿਰ ਦੀ ਕੋਤਵਾਲੀ ਤੇ ਚੁੰਗੀ ਵਸੂਲ ਕਰਨ ਦਾ ਅਧਿਕਾਰ ਸਰਦਾਰ ਬਘੇਲ ਸਿੰਘ ਦੇ ਹਵਾਲੇ ਕਰ ਦਿੱਤਾ ਜਾਏ। ਤੀਸਰਾ, ਜਦ ਤੱਕ ਗੁਰਦੁਆਰਿਆਂ ਦੀ ਸੇਵਾ ਪੂਰਨ ਨਾ ਹੋ ਜਾਏ, ਸਰਦਾਰ ਬਘੇਲ ਸਿੰਘ 4,000 ਸਵਾਰ ਆਪਣੇ ਨਾਲ ਰੱਖਣਗੇ। ਸਰਦਾਰ ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਦੇ ਟਿਕਾਣੇ ਵਾਲੇ ਸਥਾਨ ਤੇ ਗੁਰਦੁਆਰਾ ਬਣਾਇਆ, ਜਿੱਥੇ ਪਹਿਲਾਂ ਜਵਾਹਰ ਸਿੰਘ ਦੀ ਹਵੇਲੀ ਸੀ। ਅੱਜ ਕੱਲ੍ਹ ਇਸ ਨੂੰ ਗੁਰਦੁਆਰਾ ਮਾਤਾ ਸੁੰਦਰ ਕੌਰ ਦੇ ਨਾਂ ਦੇ ਉੱਪਰ ਉੱਥੇ ਇੱਕ ਯੂਨੀਵਰਸਿਟੀ, ਉੱਥੇ ਇੱਕ ਕਾਲਜ ਵੀ ਬਣਾਇਆ ਹੋਇਆ ਹੈ ਲੇਡੀਜ਼ ਵਾਸਤੇ। ਫਿਰ ਮੁਹੱਲਾ ਜੈਪੁਰ ਵਿੱਚ ਬੰਗਲਾ ਸਾਹਿਬ ਦੇ ਨਾਮ ਤੇ ਗੁਰਦੁਆਰਾ ਬਣਾਇਆ, ਜਿੱਥੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਟਿਕੇ ਰਹੇ ਸਨ ਤੇ ਉੱਥੇ ਹੀ ਜੋਤੀ ਜੋਤ ਸਮਾਏ ਸਨ। ਜਿੱਥੇ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਜੀ ਦੇ ਅੰਗੀਠੇ ਸਨ, ਉੱਥੇ ਵੀ ਗੁਰਦੁਆਰੇ ਬਣਾਏ ਗਏ। ਸਰਦਾਰ ਬਘੇਲ ਸਿੰਘ ਨੇ ਗੁਰਦੁਆਰਾ ਰਕਾਬਗੰਜ ਉਸ ਥਾਂ ਤੇ ਬਣਾਇਆ ਜਿੱਥੇ ਆਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਰਹਿਤ ਪਾਵਨ ਦੇਹੀ ਨੂੰ ਆਪਣੇ ਘਰ ਨੂੰ
ਅੱਗ ਲਗਾ ਕੇ ਸੰਸਕਾਰ ਕੀਤਾ ਸੀ। ਸਭ ਤੋਂ ਮੁਸ਼ਕਲ ਕੰਮ ਉਸ ਥਾਂ ਦਾ ਲੱਭਣਾ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸਰੀਰ ਨਾਲੋਂ ਅੱਡ ਕੀਤਾ ਗਿਆ ਸੀ, ਭਾਵ ਸ਼ਹੀਦ ਕੀਤਾ ਗਿਆ ਸੀ। ਭਾਲ ਕਰਦਿਆਂ ਉਸ ਮਾਸ਼ਕੀ ਦੀ ਘਰਵਾਲੀ ਮਿਲ ਗਈ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਪਰੰਤ ਪਾਣੀ ਪਾ ਕੇ ਪਾਵਨ ਥਾਂ ਨੂੰ ਧੋਤਾ ਸੀ। ਉਸ ਬੁੱਢੀ ਔਰਤ ਨੇ ਦੱਸਿਆ ਕਿ ਬੋਰਡ ਦੇ ਪਿੱਛੇ ਬ੍ਰਿਜ ਪਾਸੇ ਜਿੱਥੇ ਮਸਜਿਦ ਬਣੀ ਹੋਈ ਹੈ ਉੱਥੇ ਇਹ ਸਾਕਾ ਹੋਇਆ। ਜਿਹੜੇ ਵੀ ਵੀਰ ਭੈਣਾਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿੱਚ ਜਾਂਦੇ ਹਨ ਚਾਂਦਨੀ ਚੌਂਕ ਵਿਖੇ, ਉਹਨਾਂ ਨੇ ਦੇਖਿਆ ਹੋਣਾ ਹੈ ਕਿ ਇੱਕ ਸ਼ੀਸ਼ੇ ਦੇ ਅੰਦਰ ਜੋ ਬੋਰਡ ਦੇ ਦਰਖਤ ਦਾ ਇੱਕ ਮੁੱਢ ਰੱਖਿਆ ਹੋਇਆ ਹੈ। ਤੋ ਇਹ ਕਿਹਾ ਜਾਂਦਾ ਹੈ ਕਿ ਉਹ ਹੀ ਬੋਰਡ ਦਾ ਦਰਖਤ ਸੀ ਜਿਹਦੇ ਹੇਠਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ। ਉਸ ਬੁੱਢੀ ਔਰਤ ਨੇ ਦੱਸਿਆ ਕਿ ਬੋਰਡ ਦੇ ਬ੍ਰਿਜ ਪਾਸ ਜਿੱਥੇ ਮਸਜਿਦ ਬਣੀ ਹੋਈ ਹੈ ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ। ਸਰਦਾਰ ਬਘੇਲ ਸਿੰਘ ਜੀ ਨੇ ਉਸ ਥਾਂ ਤੇ ਨਿੱਕਾ ਜਿਹਾ ਥੜਾ ਬਣਵਾ ਦਿੱਤਾ। ਕੁਝ ਮੁਸਲਮਾਨ ਟਾਕਰੇ ਤੇ ਆ ਗਏ। ਇੱਕ ਛੋਟੀ ਜਿਹੀ ਝੜਪ ਹੋਣ ਤੋਂ ਪਿੱਛੋਂ ਵਜ਼ੀਰ ਆਜ਼ਮ ਆਇਆ, ਪਰ ਸਰਦਾਰ ਬਘੇਲ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਇਸ ਥਾਂ ਦੇ ਅਧਿਕਾਰ ਕੀਤੇ ਬਗੈਰ ਖਾਲਸਾ ਚੁੱਪ ਨਹੀਂ ਹੋਣ ਲੱਗਾ। ਵਜ਼ੀਰ ਨੇ ਸਿਆਣਪ ਵਰਤਦਿਆਂ ਥੋੜੀ ਥੋੜੀ ਥਾਂ ਦੋਵੇਂ ਪਾਸਿਆਂ ਤੋਂ ਛੁਡਵਾ ਲਈ ਤੇ ਥੜਾ ਕਾਇਮ ਰੱਖਿਆ। ਉਸ ਬਦਲੇ ਸਿੰਘਾਂ ਨੂੰ ਜ਼ਮੀਨ ਬਾਜ਼ਾਰ ਤੇ ਕੋਤਵਾਲੀ ਵੱਲ ਛੱਡ ਕੇ ਇੱਕ ਬਾਰਾਂਦਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੋਲਣ ਵਾਸਤੇ ਬਣਾ ਦਿੱਤੀ। ਉਸ ਥਾਂ ਦਾ ਨਾਂ ਸੀਸਗੰਜ ਰੱਖਿਆ ਗਿਆ। ਇਹ ਸਿੱਖ ਸੇਵਾ ਸੰਭਾਲ ਲਈ ਨਿਯਤ ਕਰ ਦਿੱਤਾ ਗਿਆ। ਇੱਕ ਸਿੱਖ ਸੇਵਾ ਸੰਭਾਲ ਲਈ ਨਿਯਤ ਕਰ ਦਿੱਤਾ ਗਿਆ। 1857 ਦੇ ਗਦਰ ਪਿੱਛੋਂ ਉਸ ਹੀ ਥਾਂ ਤੇ ਰਾਜਾ ਸਰੂਪ ਸਿੰਘ ਦੀ ਜੀਂਦ ਵਾਲੇ ਨੇ ਹੋਰ ਥਾਂ ਲੈ ਕੇ ਗੁਰਦੁਆਰੇ ਨੂੰ ਵਧਾਇਆ। ਮੁਸਲਮਾਨਾਂ ਕਈ ਕੋਸ਼ਿਸ਼ਾਂ ਕੀਤੀਆਂ ਕਿ ਉਹ ਥਾਂ ਸਿੱਖਾਂ ਨੂੰ ਨਾ ਮਿਲੇ, ਪਰ ਰਾਜਾ ਰਘਬੀਰ ਸਿੰਘ ਜੀਂਦ ਵਾਲੇ ਨੇ ਵਲਾਇਤ ਤੋਂ ਮਨਜ਼ੂਰੀ ਲੈ ਕੇ ਹੁਣ ਵਾਲੀ ਥਾਂ ਤੇ ਸੀਸਗੰਜ ਦਾ ਇਮਾਰਤ ਜਿਹੜਾ ਹੈ ਉਹ ਸਾਰ ਦਿੱਤਾ ਗੁਰਦੁਆਰੇ ਦਾ। ਸਾਰੇ ਗੁਰਦੁਆਰਿਆਂ ਦੀ ਉਸਾਰੀ ਕਰਵਾ ਕੇ ਸਰਦਾਰ ਬਘੇਲ ਸਿੰਘ ਜੀ ਵਾਪਸ ਜਿਹੜੇ ਹਨ ਉਹ ਛੜੋਲੀ ਆਏ। ਬਾਦਸ਼ਾਹ ਨੇ ਉਹਨਾਂ ਨੂੰ ਹਾਥੀ, ਸੋਨੇ ਦੀ ਇੱਕ ਜੰਜੀਰ, 5 ਘੋੜੇ ਤੇ ਹੋਰ ਬਹੁਤ ਸਾਰੇ ਤੋਹਫੇ ਦੇ ਕੇ ਵਿਦਾ ਕੀਤਾ। ਬਾਦਸ਼ਾਹ ਨੇ ਪੁੱਛਿਆ ਵੀ ਕਿ ਸਿੰਘਾਂ ਦੇ ਇਤਨੇ ਵੱਖ-ਵੱਖ ਜਥੇ ਹਨ, ਝਗੜੇ ਵੀ ਹੁੰਦੇ ਹਨ, ਪਰ ਇਕੱਠੇ ਕਿਵੇਂ ਹੋ ਜਾਂਦੇ ਹਨ? ਸਰਦਾਰ ਬਘੇਲ ਸਿੰਘ ਨੇ ਕਿਹਾ ਕਿ ਰਾਵਾਂ ਤਾਂ ਅਡਰਾਪਨ ਹੋਣਾ ਸੁਭਾਵਕ ਹੁੰਦਾ ਹੈ। ਸਿੱਖ ਭਾਵੇਂ ਕਿਤਨੇ ਵੀ ਜਥੇ ਬਣਾ ਲੈਣ, ਫਿਰ ਵੀ ਉਹ ਖਾਲਸਾ ਹੈ ਤੇ ਦੁਸ਼ਮਣ ਦੇ ਟਾਕਰੇ ਲਈ ਹਮੇਸ਼ਾ ਇੱਕ ਹੈ। ਘਰ ਵਿੱਚ ਅਜੋਕੇ ਸਮੇਂ ਅੰਦਰ ਇਹ ਸਰਦਾਰ ਬਘੇਲ ਸਿੰਘ ਦੀ ਜੋ ਕਥਨੀ ਹੈ, ਇਸ ਨੂੰ ਦੁਬਾਰਾ ਧਿਆਨ ਦੇਣ ਦੀ ਲੋੜ ਹੈ ਤੇ ਸਿੰਘਾਂ ਨੂੰ ਫਿਰ ਆਪਸ ਵਿੱਚ ਜਿਹੜੀ ਹੈ ਏਕਤਾ ਕਰਨ ਦੀ ਲੋੜ ਹੈ। ਘਰ ਵਿੱਚ ਅੱਡ ਹੋ ਸਕਦੇ ਹਨ ਜੀਵ, ਪਰ ਜਦੋਂ ਕੌਮ ਦਾ ਸਵਾਲ ਆਵੇ ਤਾਂ ਦੇ ਅਡਰਾਪਨ ਭੁੱਲ ਕੇ ਇੱਕ ਨਾਲੋਂ ਅੱਗੇ ਵੱਧ ਕੇ ਜਾਨ ਦੇਣ ਨੂੰ ਤਿਆਰ ਹੁੰਦੇ ਹਨ। ਜਦ ਤੱਕ 1802 ਈਸਵੀ ਵਿੱਚ ਸਰਦਾਰ ਬਘੇਲ ਸਿੰਘ ਜੀ ਜਿਉਂਦੇ ਰਹੇ, ਸ਼ਹਿਰ ਦਿੱਲੀ ਦੀ ਚੁੰਗੀ ਦਾ ਚੌਥਾ ਹਿੱਸਾ ਉਹਨਾਂ ਨੂੰ ਘਰ ਬੈਠਿਆਂ ਹੀ ਪੁੱਜਦਾ ਰਿਹਾ। ਗੁਲਾਮ ਕਾਦਰ ਰੋਹਿਲਾ, ਜਿਸ ਨੂੰ ਗੁਰੂ ਦਾ ਅਜਿਹਾ ਚੇਲਾ ਕਿਹਾ ਜਾਂਦਾ ਹੈ ਜੋ ਅੱਧਾ ਸਿੱਖ ਤੇ ਅੱਧਾ ਰੋਹਿਲਾ ਸੀ। ਗੁਲਾਮ ਕਾਦਰ ਰੋਹਿਲਾ ਦੇ ਬਾਪ ਜਾਬਤਾ ਖਾਨ ਨੂੰ ਬਘੇਲ ਸਿੰਘ ਨੇ ਹੀ ਸਿੱਖੀ ਦਾਇਰੇ ਵਿੱਚ ਲਿਆਂਦਾ ਸੀ। ਗੁਲਾਮ ਕਾਦਰ ਰੋਹਿਲਾ ਉਸ ਸਮੇਂ 11 ਸਾਲ ਦਾ ਸੀ ਤੇ ਉਸ ਦਾ ਨਾਮ ਪਿਆਰਾ ਸਿੰਘ ਸੀ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਉੱਤਰੀ ਹਿੰਦੁਸਤਾਨ ਵਿੱਚ ਸਿੱਖ ਪੂਰਨ ਸਵਰਾਜ ਕਾਇਮ ਕਰ ਲੈਂਦੇ ਜੇ ਦਲ ਖਾਲਸਾ ਦੇ ਬਾਕੀ ਮਿਸਲਾਂ ਸਰਦਾਰ ਬਘੇਲ ਸਿੰਘ ਦੀ ਮਦਦ ਕਰਦੀਆਂ। ਰੋਹਿਲੇ ਸਿੱਖਾਂ ਦੇ ਸਾਥੀ ਬਣ ਗਏ ਸਨ। ਅੰਗਰੇਜ਼ ਦੂਰ ਬੈਠੇ ਸਨ ਅਤੇ ਅਵਧ ਦੇ ਨਵਾਬ ਕਮਜ਼ੋਰ ਸਨ, ਮਰਾਠੇ ਉੱਠਣ ਯੋਗ ਨਹੀਂ ਸਨ। ਇਸ ਮਿਸਲ ਲਈ ਇੱਕ ਹੋਰ ਬਦਕਿਸਮਤੀ ਇਹ ਹੋਈ ਕਿ ਪਟਿਆਲੇ ਦੇ ਅਮਰ ਸਿੰਘ ਨੇ ਸਿੱਧੀ ਟੱਕਰ ਲੈਣੀ ਆਰੰਭ ਕਰ ਦਿੱਤੀ। ਇਸ ਟਾਕਰੇ ਨਾਲ ਬਹੁਤ ਨੁਕਸਾਨ ਹੋਇਆ। ਸਰਦਾਰ ਬਘੇਲ ਸਿੰਘ ਤੱਕ ਤਾਂ ਇਸ ਮਿਸਲ ਦਾ ਝਗੜਾ ਪਿਆ ਹੀ ਰਿਹਾ। ਸਿੱਖਾਂ ਵਿੱਚ ਸਗੋਂ ਇਹ ਗੱਲ ਚਲਾ ਦਿੱਤੀ ਗਈ ਕਿ ਸਰਦਾਰ ਬਘੇਲ ਸਿੰਘ ਇਸ ਰਾਜ ਨੂੰ ਕਾਇਮ ਕਰਨ ਵਿੱਚ ਰੁਕਾਵਟਾਂ ਪਾ ਰਿਹਾ ਹੈ। ਸਰਦਾਰ ਬਘੇਲ ਸਿੰਘ ਦੂਰਦ੍ਰਿਸ਼ਟੀ ਨਾਲ ਦੇਖ ਰਹੇ ਸਨ। ਉਹਨਾਂ ਦਾ ਖਿਆਲ ਸੀ ਕਿ ਦਿੱਲੀ ਦੇ ਮਰਾਠਿਆਂ ਨਾਲ ਰਲ ਕੇ ਟੁਰਿਆ ਜਾਏ। ਮਰਾਠੇ ਅਤੇ ਦਿੱਲੀ ਦੀ ਸ਼ਕਤੀ ਮਰ ਰਹੀ ਹੈ। ਉਸ ਸੂਤਰ ਵਿੱਚ ਸਿੱਖ ਰਾਜ ਕਾਇਮ ਹੋਣਾ ਕੋਈ ਅਸੰਭਵ ਨਹੀਂ ਹੈ, ਪਰ ਪਟਿਆਲੇ ਨਾਲ ਝਗੜੇ ਨੇ
ਇਸ ਮਿਸਲ ਉੱਤੇ ਕਾਫੀ ਸੱਟਾਂ ਮਾਰੀਆਂ। ਸਰਦਾਰ ਬਗੇਲ ਸਿੰਘ ਉਪਰੰਤ ਇਸ ਮਿਸਲ ਦੀ ਜਥੇਦਾਰੀ ਸਰਦਾਰ ਜੋਤ ਸਿੰਘ ਕਲਸੀਆਂ ਵਾਲੇ ਹੱਥ ਆਈ। ਸਰਦਾਰ ਜੋਤ ਸਿੰਘ ਸਰਦਾਰ ਗੁਰਬਖਸ਼ ਸਿੰਘ ਕਲਸੀਆਂ ਦੇ ਸਪੁੱਤਰ ਸਨ। ਫੁਲਕੀਆਂ ਮਿਸਲ ਵੀ ਇਹਨਾਂ ਦੀ ਸ਼ਕਤੀ ਅੱਗੇ ਨਾ ਟਿਕ ਸਕੀ। ਸਰਦਾਰ ਜੋਤ ਸਿੰਘ ਨੇ ਇੱਕ ਵੱਡਾ ਇਲਾਕਾ ਕਬਜ਼ੇ ਵਿੱਚ ਕਰ ਲਿਆ। ਫੁਲਕੀਆਂ ਦੇ ਰਾਜੇ ਅਮਰ ਸਿੰਘ ਨੇ ਆਪਣੀ ਲੜਕੀ ਦੀ ਸ਼ਾਦੀ ਸਰਦਾਰ ਜੋਤ ਸਿੰਘ ਦੇ ਪੁੱਤਰ ਨਾਲ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਵੇਖ ਕੇ ਸਰਦਾਰ ਜੋਤ ਸਿੰਘ ਨੇ ਸਰਪ੍ਰਸਤੀ ਮੰਨ ਲਈ। ਇਸ ਮਿਸਲ ਦੀ ਮਹਾਨਤਾ ਬਣੀ ਰਹੀ। ਇਸ ਮਿਸਲ ਦੇ ਸਿਪਾਹੀਆਂ ਦੀ ਗਿਣਤੀ ਕਦੀ ਵੀ ਸਥਿਤ ਨਹੀਂ ਰਹੀ। ਕਦੇ ਵੱਧ ਕੇ 15,000 ਤੱਕ ਹੋ ਗਈ। ਆਮ ਤੌਰ ਤੇ 5,000 ਹੀ ਰਹਿੰਦੀ ਸੀ। ਆ ਹੁਣ 10ਵੀਂ ਸ਼ਹੀਦ ਸਿੰਘ ਮਿਸਲ ਸਿੰਘੀ ਮਿਸਲ ਦੀ ਗੱਲ ਕਰਦੇ ਹਾਂ। ਸਹਿਬ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੇ ਤੋਂ ਸਿੱਖ ਕੌਮ ਵਿੱਚ ਇੱਕ ਅਜਿਹਾ ਜਥਾ ਪੈਦਾ ਹੋ ਗਿਆ ਸੀ ਜੋ ਮਰਨ ਲਈ ਸਦਾ ਹੀ ਤਿਆਰ ਰਹਿੰਦਾ ਸੀ। ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ, ਇਸ ਜਥੇ ਨਾਲ ਹੀ ਸੰਬੰਧ ਰੱਖਦੇ ਸਨ। ਗੁਰੂ ਜੀ ਨੇ ਇਸ ਜਥੇ ਨੂੰ ਨਿਹੰਗ ਸਿੰਘ ਦਾ ਖਿਤਾਬ ਦਿੱਤਾ ਸੀ। ਨਿਹੰਗ ਸਿੰਘ ਆਪਣਾ ਘੱਟ ਤੇ ਦੂਜੇ ਦਾ ਬਹੁਤ ਖਿਆਲ ਰੱਖਦੇ ਸਨ, ਜੋ ਚੜ੍ਹਦੀ ਕਲਾ ਦੇ ਬੋਲੇ ਸਿੱਖਾਂ ਵਿੱਚ ਪ੍ਰਚਲਿਤ ਹੋਏ ਅਸਲ ਵਿੱਚ ਇਸ ਜਥੇ ਦੀ ਹੀ ਕਾਢ ਸਨ। ਬਾਕੀ ਜਥੇ ਵਾਲਿਆਂ ਵੀ ਇਸ ਜਥੇ ਦੀ ਜੁਰਤ ਤੇ ਸਿੱਧਕ ਸਦਕਾ ਦਿਲੋਂ ਸਤਿਕਾਰ ਕੀਤਾ। ਬਾਬਾ ਵਿਨੋਦ ਸਿੰਘ ਬਾਅਦ ਵਿੱਚ ਇਸ ਜਥੇ ਦੀ ਅਗਵਾਈ ਬਾਬਾ ਦੀਪ ਸਿੰਘ ਜੀ ਨੇ ਸੰਭਾਲੀ। ਆਪ ਜੀ ਜਿੱਥੇ ਸੂਰਮੇ ਆਗੂ ਜਰਨੈਲ ਤੇ ਸਿਪਾਹੀ ਸਨ, ਉੱਥੇ ਵਿਦਵਾਨ ਵੀ ਸਨ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਉਤਾਰੇ ਦਮਦਮਾ ਸਾਹਿਬ ਬੈਠ ਕੇ ਕੀਤੇ ਸਨ। ਦਮਦਮਾ ਜਦੋਂ ਜਹਿਦ ਦੇ ਕੇਂਦਰ ਤੋਂ ਦੂਰ ਹੋਣ ਕਾਰਨ ਭਾਵੇਂ ਨਵੇਕਲਾ ਸੀ, ਪਰ ਭੀੜਾ ਸਮੇਂ ਇੱਥੋਂ ਆਪ ਮਦਦ ਕਰਦੇ ਤੇ ਅੱਗੇ ਹੋ ਕੇ ਕੁਰਬਾਨੀ ਦਿੰਦੇ ਸਨ। ਸਰਦਾਰ ਗੁਰਬਖਸ਼ ਸਿੰਘ, ਜਿਨ੍ਹਾਂ ਅਕਾਲ ਤਖਤ ਦੀ ਰੱਖਿਆ ਲਈ 21 ਸਾਥੀਆਂ ਸਮੇਤ ਜਾਨਵਾਰੀ ਸੀ, ਇਸੇ ਜਥੇ ਦੇ ਸਨ। ਬਾਬਾ ਨੌਧ ਸਿੰਘ, ਬਾਬਾ ਫਤਿਹ ਸਿੰਘ ਵੀ ਇਸ ਜਥੇ ਦੇ ਉੱਘੇ ਜਿਹੜੇ ਹਨ ਉਹ ਲੀਡਰ ਸਨ। ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ ਜਦ ਹਰਿਮੰਦਰ ਸਾਹਿਬ ਨੂੰ ਉਡਾ ਦਿੱਤਾ ਗਿਆ ਤੇ ਸ੍ਰੀ ਅੰਮ੍ਰਿਤਸਰ ਦੀ ਬੇਅਦਬੀ ਕੀਤੀ ਗਈ, ਤਾਂ ਸ੍ਰੀ ਬਾਬਾ ਦੀਪ ਸਿੰਘ ਜੀ ਨੇ 1761 ਵਿੱਚ ਦਮਦਮੇ ਸਾਹਿਬ ਤੋਂ ਮਰਾਤ ਹਰ ਕੇ ਦੁਆਰ ਦਾ ਪ੍ਰਣ ਕਰਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਸ਼ਹੀਦੀ ਪਾਈ। ਇਸ ਮਿਸਲ ਦੇ ਬਾਅਦ ਦੋ ਆਗੂਆਂ ਨੇ ਆਪਣਾ ਪ੍ਰਭਾਵ ਖੇਤਰ ਸਤਲੁਜ ਤੋਂ ਪਾਰ ਦਮਦਮੇ ਸਾਹਿਬ ਗਿਰਦੀ ਰੱਖਿਆ। ਦਮਦਮਾ ਸਾਹਿਬ ਹੁਣ ਤੱਕ ਨਿਹੰਗ ਸਿੰਘਾਂ ਦੀ ਛਾਉਣੀ ਕਰਕੇ ਪ੍ਰਸਿੱਧ ਹੈ। ਬਾਬਾ ਦੀਪ ਸਿੰਘ ਜੀ ਉਪਰੰਤ ਜਥੇਦਾਰ ਕਰਮ ਸਿੰਘ ਇਸ ਮਿਸਲ ਦੇ ਆਗੂ ਰਹੇ ਹਨ। ਉਹਨਾਂ ਉਪਰੰਤ ਅਕਾਲੀ ਫੂਲਾ ਸਿੰਘ ਅਤੇ ਸਰਦਾਰ ਸਾਧੂ ਸਿੰਘ ਨੇ ਇਸ ਮਿਸਲ ਦੀ ਸ਼ਾਨ ਕਾਇਮ ਰੱਖੀ। ਇਸ ਮਿਸਲ ਦੇ ਸਿਪਾਹੀਆਂ ਦੀ ਗਿਣਤੀ ਬਹੁਤ ਘੱਟ ਸੀ। ਮੁਸ਼ਕਲ ਨਾਲ ਇਸ ਦੀ ਗਿਣਤੀ 2000 ਜਾ ਕੇ ਪੁੱਜੀ ਸੀ। ਇਸ ਮਿਸਲ ਦਾ ਨਾਮ ਬਹਾਦਰੀ ਅਤੇ ਜੁਰਤ ਕਰਕੇ ਸਦਾ ਹੀ ਕਾਇਮ ਰਿਹਾ। ਮਹਾਰਾਜਾ ਰਣਜੀਤ ਸਿੰਘ ਵੇਲੇ ਇਸ ਮਿਸਲ ਨੇ ਆਪਣਾ ਕੇਂਦਰ ਸ੍ਰੀ ਅਕਾਲ ਤਖਤ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਛੇੜਨਾ ਠੀਕ ਨਾ ਸਮਝਿਆ। ਉਹ ਇਸ ਮਿਸਲ ਦਾ ਹਮੇਸ਼ਾ ਹੀ ਸਤਿਕਾਰ ਕਰਦੇ ਰਹੇ। ਹੁਣ ਗੱਲ ਕਰਦੇ ਹਾਂ ਨਿਸ਼ਾਨ ਵਾਲੀਆਂ ਮਿਸਲਾਂ ਦਾ। ਹਰ ਫੌਜ ਵਿੱਚ ਨਿਸ਼ਾਨ ਫਲੈਗ ਦੀ ਮਹੱਤਤਾ ਗਿਣੀ ਜਾਂਦੀ ਹੈ। ਨਿਸ਼ਾਨ ਦਾ ਡਿੱਗਣ ਦੇਣਾ ਹੀ ਜੰਗੀ ਨਾਰਾ ਹੋਇਆ ਕਰਦਾ ਸੀ। ਸੋ ਸਾਰੀਆਂ ਸਿੱਖ ਮਿਸਲਾਂ ਵਿੱਚ 94 ਸਿੱਖ ਕੱਢ ਕੇ ਇਸ ਜਥੇ ਵਿੱਚ ਸ਼ਾਮਲ ਜਿਹੜੇ ਹਨ ਉਹ ਕੀਤੇ ਜਾਂਦੇ ਸਨ। ਜਦ ਨਿਸ਼ਾਨ ਉਠਾਉਣ ਵਾਲਾ ਜੰਗ ਵਿੱਚ ਸ਼ਹੀਦ ਹੋ ਜਾਂਦਾ ਤਾਂ ਨਿਸ਼ਾਨ ਡਿੱਗਣ ਤੋਂ ਪਹਿਲਾਂ ਹੀ ਦੂਜਾ ਇਸ ਨਿਸ਼ਾਨ ਨੂੰ ਚੁੱਕ ਲੈਂਦਾ ਸੀ। ਇਸ ਜਥੇ ਦੀ ਬਹਾਦਰੀ ਦੀ ਸੂਰਮਗਤੀ ਦੀਆਂ ਕਈ ਕਥਾਵਾਂ ਪ੍ਰਚਲਿਤ ਹਨ। ਇਸ ਦੀ ਇੱਕ ਉਦਾਹਰਨ ਇਸ ਪ੍ਰਕਾਰ ਹੈ। ਭਾਈ ਆਲਮ ਸਿੰਘ ਨੂੰ ਮੁਗਲਾਂ ਨੇ ਪਕੜ ਲਿਆ। ਉਹਨਾਂ ਭਾਈ ਆਲਮ ਸਿੰਘ ਨੂੰ ਝੰਡਾ ਸੁੱਟਣ ਲਈ ਕਿਹਾ ਤਾਂ ਉਹ ਡਟੇ ਰਹੇ। ਗਰਜਵੀਂ ਆਵਾਜ਼ ਨਾਲ ਫੌਜਦਾਰ ਨੇ ਕਿਹਾ, ਝੰਡਾ ਸੁੱਟ ਦੇ, ਨਹੀਂ ਤਾਂ ਹੱਥ ਕੱਢ ਦਿੱਤੇ ਜਾਣਗੇ। ਭਾਈ ਆਲਮ ਸਿੰਘ ਨੇ ਕਿਹਾ, ਪੈਰਾਂ ਨਾਲ ਪਕੜ ਲਵਾਂਗਾ, ਪੈਰ ਹੀ ਵੱਢ ਦਿੱਤੇ ਜਾਣਗੇ। ਤਾਂ ਆਲਮ ਸਿੰਘ ਨੇ ਜੋਸ਼ ਵਿੱਚ ਕਿਹਾ, ਮੈਂ ਮੂੰਹ ਨਾਲ ਪਕੜ ਲਵਾਂਗਾ, ਮੇਰਾ ਸਿਰ ਵੱਢ ਦਿੱਤਾ ਜਾਏਗਾ। ਤਾਂ ਉੱਚੀ ਜਕਾਰਾ ਛੱਡਦੇ ਹੋਏ ਭਾਈ ਜੀ ਨੇ ਕਿਹਾ, ਫਿਰ ਉਹ ਹੀ ਰੱਖਿਆ ਕਰੇਗਾ ਜਿਸ ਦਾ ਇਹ ਨਿਸ਼ਾਨ ਹੈ। ਨਿਸ਼ਾਨ ਵਾਲੀ ਮਿਸਲ ਦਾ ਕੋਈ ਪ੍ਰਭਾਵ ਖੇਤਰ ਜਾਂ ਵੱਖ ਅਧਿਕਾਰ ਦੀ ਥਾਂ ਨਹੀਂ ਸੀ। ਹਰ ਮਿਸਲ ਵਿੱਚ ਇਸ ਮਿਸਲ ਦੇ ਸਿਪਾਹੀ ਹੁੰਦੇ ਸਨ, ਉਹ ਆਪਣਾ ਹਿੱਸਾ ਲੈਂਦੇ ਸਨ। ਜਥੇਦਾਰ ਸੰਗਤ ਸਿੰਘ ਜੀ ਵੀ ਇਸ ਮਿਸਲ ਦੇ ਹੀ ਜਥੇਦਾਰ ਸਨ। ਜਥੇਦਾਰ ਸੰਗਤ ਸਿੰਘ ਨੇ
ਇਹ ਜੋ ਮੈਂ ਆਪ ਜੀ ਦੇ ਨਾਲ ਜ਼ਿਕਰ ਕੀਤਾ ਹੈ, ਇਸ ਦਾ ਜ਼ਿਕਰ ਕਾਜ਼ੀ ਨੂਰ ਮੁਹੰਮਦ ਨੇ ਜੋ ਹੈ ਇਸ ਗੱਲ ਦਾ ਜ਼ਿਕਰ ਕੀਤਾ ਹੈ। ਜਥੇਦਾਰ ਸੰਗਤ ਸਿੰਘ ਸਿੱਖਾਂ ਦੀ ਹਰ ਮੁਹਿੰਮ ਦੇ ਅੱਗੇ ਤੇ ਪਹਿਲਾ ਹੁੰਦੇ ਸਨ। ਅਬਦਾਲੀ ਦੇ ਚਲੇ ਜਾਣ ਉਪਰੰਤ ਜਥੇਦਾਰ ਸੰਗਤ ਸਿੰਘ ਨੇ ਅੰਬਾਲਾ ਨੂੰ ਕੇਂਦਰ ਬਣਾ ਕੇ ਕਰਨਾਲ ਤੱਕ ਤੋਂ ਉੱਤਰ ਵੱਲ ਰੋਪੜ ਦੇ ਖਰੜ ਤੱਕ ਅਧਿਕਾਰ ਜਮਾਇਆ। ਆਪ ਤੋਂ ਬਾਅਦ ਜਥੇਦਾਰ ਮੋਹਰ ਸਿੰਘ ਨੇ ਅਗਵਾਈ ਸੰਭਾਲੀ। ਜਥੇਦਾਰ ਮੋਹਰ ਸਿੰਘ ਨੇ ਕੋਈ ਹੋਰ ਇਲਾਕਾ ਨਾ ਮੱਲਿਆ ਤੋਂ ਪਹਿਲਾ ਇਲਾਕਿਆਂ ਉੱਤੇ ਹੀ ਸੰਤੁਸ਼ਟ ਰਹੇ। ਆਪ ਜੀ ਦੀ ਕੋਈ ਸੰਤਾਨ ਨਾ ਹੋਣ ਕਰਕੇ ਇਹ ਮਿਸਲ ਆਗੂ ਰਹਿਤ ਹੋ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਉੱਤੇ ਕਬਜ਼ਾ ਕਰਕੇ ਇਸ ਮਿਸਲ ਨੂੰ ਹੀ ਖਤਮ ਕਰ ਦਿੱਤਾ। ਆ ਹੁਣ ਆਖਰੀ ਮਿਸਲ ਫੁਲਕਿਆ ਮਿਸਲ ਦੀ ਗੱਲ ਕਰਦੇ ਹਾਂ। ਸਤਲੁਜ ਪਾਰ ਮਿਸਲਾਂ ਵਿੱਚ ਕਰੋੜ ਸਿੰਘ ਮਿਸਲਾਂ ਤੋਂ ਇਲਾਵਾ ਸਿਰਫ ਇਹ ਮਿਸਲ ਹੈ ਜੋ ਪ੍ਰਸਿੱਧ ਹੈ। ਕਰੋੜਾ ਸਿੰਘ ਮਿਸਲ ਦਾ ਸਰਦਾਰ ਬਘੇਲ ਸਿੰਘ ਦੇ ਚੜ੍ਹਾਈ ਕਰਨ ਨਾਲ ਇਹ ਖਤਮ ਹੋ ਗਈ, ਪਰ ਇਹ ਮਿਸਲ ਬਹੁਤ ਦੇਰ ਤੱਕ ਕਾਇਮ ਰਹੀ। ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਇਸ ਮਿਸਲ ਨੇ ਆਪਣੀ ਹੋਂਦ ਨੂੰ ਖਤਮ ਨਾ ਹੋਣ ਦਿੱਤਾ। ਇਹ ਮਿਸਲ ਸਿੱਧੀ ਦਲ ਖਾਲਸੇ ਦੇ ਪ੍ਰਭਾਵ ਜਾਂ ਝੰਡੇ ਥੱਲੇ ਕਦੀ ਵੀ ਨਹੀਂ ਆਈ। ਭਾਵੇਂ ਇਸ ਮਿਸਲ ਦੇ ਆਗੂ ਬਾਨੀ ਬਾਬਾ ਆਲਾ ਸਿੰਘ ਜੀ ਸਤਿਕਾਰ ਵਜੋਂ ਦਲ ਖਾਲਸਾ ਦੀ ਸਰਪ੍ਰਸਤੀ ਮੰਨਦੇ ਸਨ। ਬਾਬਾ ਆਲਾ ਸਿੰਘ ਦਾ ਜਨਮ 1690 ਨੂੰ ਹੋਇਆ। ਆਲਾ ਸਿੰਘ ਨੇ 1714 ਤੋਂ ਬਾਅਦ ਬਾਪੂ ਵਾਂਗ ਹੀ ਤਲਵਾਰ ਚਲਾਈ। ਜਲੰਧਰ ਦੁਆਬੇ ਦੇ ਖਤਰਨਾਕ ਆਸਦ ਅਲੀ ਵਿਰੁੱਧ ਹੱਲਾ ਬੋਲ ਕੇ ਉਸ ਨੂੰ ਹਰਾਇਆ ਤੇ ਕਤਲ ਕੀਤਾ। ਇਸ ਜਿੱਤ ਨਾਲ ਬਾਬਾ ਆਲਾ ਸਿੰਘ ਦਾ ਸਨਮਾਨ ਵਧਿਆ। ਦਿੱਲੀ ਦੇ ਬਾਦਸ਼ਾਹ ਨੇ ਬਾਬਾ ਆਲਾ ਸਿੰਘ ਨੂੰ ਹੱਥ ਕਰਨ ਦੀ ਸੋਚੀ ਅਤੇ ਰਾਜਾ ਬਣਾਉਣ ਦਾ ਯਕੀਨ ਦਿਲਵਾਇਆ। ਬਾਬਾ ਆਲਾ ਸਿੰਘ ਦਿੱਲੀ ਦੀ ਅੱਖ ਵਿੱਚ ਘਟਾ ਹੀ ਪਾਈ ਰੱਖਣਾ ਚਾਹੁੰਦੇ ਸਨ, ਇਸ ਲਈ ਦਿੱਲੀ ਨੂੰ ਹੀ ਇਹ ਖਿਆਲ ਦਿੱਤੀ ਰੱਖਿਆ ਕਿ ਉਹ ਸ਼ਰਤਾਂ ਮੰਨਣ ਲਈ ਤਿਆਰ ਹਨ। ਆਲਾ ਸਿੰਘ ਆਪ ਪੱਟੀਆਂ ਤੇ ਸਰਹੰਦ ਵਿਰੁੱਧ ਲਗਾਤਾਰ ਮੁਹਿੰਮ ਕਰਕੇ ਉਸ ਨੂੰ ਕਮਜ਼ੋਰ ਕਰਦੇ ਰਹੇ। ਆਪ ਗ੍ਰਿਫਤਾਰ ਵੀ ਹੋਏ ਪਰ ਕੈਦ ਵਿੱਚੋਂ ਨਿਕਲ ਗਏ। ਛੋਟੇ ਘੱਲੂਘਾਰਾ ਵੇਲੇ ਸਿੱਖਾਂ ਉੱਤੇ ਜਦ ਫਿਰ ਜ਼ਕਰੀਆ ਖਾਨ ਦੇ ਜ਼ੁਲਮ ਦਾ ਚੱਕਰ ਚੱਲਿਆ ਤਾਂ ਆਪ ਨੇ ਲੋੜ ਸਮੇਂ ਮਦਦ ਪਹੁੰਚਾਈ। ਆਪ ਜੀ ਨੇ ਸਰਦਾਰ ਕਪੂਰ ਸਿੰਘ ਨਵਾਬ ਕਪੂਰ ਸਿੰਘ ਜੀ ਹੱਥੋਂ ਅੰਮ੍ਰਿਤ ਛਕਿਆ। 1749 ਵਿੱਚ ਭਵਾਨੀਗੜ੍ਹ ਦਾ ਕਿਲ੍ਹਾ ਬਣਵਾਇਆ। 1752 ਤੱਕ ਇੱਕ ਵੱਡੇ ਇਲਾਕੇ ਉੱਤੇ ਕਬਜ਼ਾ ਜਮਾ ਪਟਿਆਲੇ ਨੂੰ ਕੇਂਦਰ ਬਣਾ ਲਿਆ। ਅਹਿਮਦ ਸ਼ਾਹ ਦੁਰਾਨੀ ਦੇ ਚੌਥੇ ਹਮਲੇ ਵੇਲੇ ਆਲਾ ਸਿੰਘ ਨੇ ਨੱਸਦੇ ਤੰਬੂਰ ਨੂੰ ਲੁੱਟਿਆ। ਮਰਾਠਿਆਂ ਦੀ ਪਾਣੀਪਤ ਦੀ ਤੀਜੀ ਜੰਗ ਵਿੱਚ ਰਸਦ ਪਾਣੀ ਪਹੁੰਚਾ ਕੇ ਮਦਦ ਕੀਤੀ। ਅਹਿਮਦ ਸ਼ਾਹ ਦੁਰਾਨੀ ਨੇ ਸਜ਼ਾ ਦੇਣ ਲਈ ਬਰਨਾਲਾ ਉੱਤੇ ਹੱਲਾ ਬੋਲਿਆ, ਪਰ ਮਾਈ ਫਤੋ ਨੇ ਮੌਕਾ ਸੰਭਾਲ ਕੇ 4 ਲੱਖ ਰੁਪਇਆ ਅਬਦਾਲੀ ਨੂੰ ਭੇਜਿਆ। ਅਬਦਾਲੀ ਨੇ ਮਾਫ ਕਰਕੇ ਵੱਖ ਰਾਜ ਦਾ ਅਧਿਕਾਰ ਮੰਨ ਲਿਆ। ਬਾਬਾ ਆਲਾ ਸਿੰਘ ਖਿਰਾਜ ਦੇਣਾ ਮੰਨ ਗਿਆ। ਦਲ ਖਾਲਸਾ ਦੀ ਜਥੇਬੰਦੀਆਂ ਨੇ ਰੋਸ ਮਨਾਇਆ ਅਤੇ ਆਲਾ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ। ਫਿਰ ਵੱਡੇ ਘੱਲੂਘਾਰੇ ਸਮੇਂ ਹੀ ਬਾਬਾ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਮੰਨੀ। ਸਿੱਖਾਂ ਬਹੁਤ ਰੋਸ ਮਨਾਇਆ। ਪਟਿਆਲਾ ਤੇ ਹਮਲਾ ਕਰਨ ਹੀ ਲੱਗੇ ਸਨ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਰੋਕ ਦਿੱਤਾ। ਬਾਬਾ ਆਲਾ ਸਿੰਘ ਨੇ ਤਨਖਾਹ ਲਗਵਾ ਕੇ ਖਿਮਾ ਮੰਗ ਲਈ। ਬਾਬਾ ਆਲਾ ਸਿੰਘ 1765 ਵਿੱਚ ਚੜ੍ਹਾਈ ਕਰ ਗਏ। 1765 ਤੱਕ ਬਾਬਾ ਆਲਾ ਸਿੰਘ ਨੇ ਸਰਹੰਦ, ਕੋਟਕਪੂਰਾ, ਬਰਨਾਲਾ ਅਤੇ ਸਨਾਵਰ ਦੇ 84 ਪਿੰਡਾਂ ਤੇ ਕਬਜ਼ਾ ਕਰ ਲਿਆ ਸੀ। ਉਹਨਾਂ ਉਪਰੰਤ ਉਹਨਾਂ ਦਾ ਪੋਤਰਾ ਸਰਦਾਰ ਅਮਰ ਸਿੰਘ ਇਸ ਮਿਸਲ ਦਾ ਸਰਦਾਰ ਬਣਿਆ। 1767 ਦੇ ਹੱਲੇ ਵੇਲੇ ਦੁਰਾਨੀ ਨੇ ਅਮਰ ਸਿੰਘ ਨੂੰ ਰਾਜਾਏ ਰਾਜਗਾਨ ਦਾ ਖਿਤਾਬ, ਨਿਗਾਰਾ ਤੇ ਨਿਸ਼ਾਨ ਦੇ ਕੇ ਆਪਣੇ ਨਾਂ ਦੇ ਸਿੱਕੇ ਜਾਰੀ ਕਰਨ ਦਾ ਵੀ ਅਧਿਕਾਰ ਦਿੱਤਾ। ਅਮਰ ਸਿੰਘ ਨੇ ਇਸ ਵਿੱਚ ਭਲਾ ਸਮਝਿਆ ਸੀ ਤੇ ਅਬਦਾਲੀ ਨੇ ਵੀ ਦਖਲ ਅੰਦਾਜ਼ੀ ਕਰਨਾ ਠੀਕ ਨਹੀਂ ਸਮਝਿਆ। ਉਸ ਦਾ ਖਿਆਲ ਸੀ ਕਿ ਮਾਝੇ ਤੇ ਮਾਲਵੇ ਵਿੱਚ ਜੋ ਪਾੜਾ ਆਲਾ ਸਿੰਘ ਵੇਲੇ ਨਹੀਂ ਪਾਇਆ ਜਾ ਸਕਿਆ, ਅਮਰ ਸਿੰਘ ਰਾਹੀਂ ਪਾਇਆ ਜਾ ਸਕੇਗਾ। ਅਮਰ ਸਿੰਘ ਨੇ ਕੁਝ ਸਾਲਾਂ ਵਿੱਚ ਮਲੇਰਕੋਟਲਾ, ਸੈਦਾਬਾਦ, ਸਰਸਾ, ਮਨੀ ਮਾਜਰਾ, ਕੋਟਕਪੂਰਾ, ਫਰੀਦਕੋਟ ਅਤੇ ਬਠਿੰਡੇ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ। ਅਮਰ ਸਿੰਘ ਨੇ ਸਤਲੁਜ ਤੋਂ ਉਰਾਰ ਦਖਲ ਨਾ ਦਿੱਤਾ, ਨਾ ਹੀ ਉਸ ਜਮਨਾ ਪਾਰ ਧਿਆਨ ਦਿੱਤਾ। ਅਮਰ ਸਿੰਘ ਦੀ ਮਿਸਲ ਵਿੱਚ 1040 ਦੇ ਕਰੀਬ ਸਿਪਾਹੀ ਸਨ। ਜਿਸ ਤੇਜ਼ੀ ਨਾਲ ਅਮਰ ਸਿੰਘ ਨੇ ਇਲਾਕੇ ਜਿੱਤੇ ਤੇ ਆਪਣਾ ਪ੍ਰਭਾਵ ਖੇਤਰ ਵਧਾਇਆ, ਉਹ ਉਸ ਨੂੰ ਇੱਕ ਚੰਗਾ ਲੜਾਕਾ ਦਰਸਾਉਣ ਲਈ ਕਾਫੀ ਹੈ। ਮਾਰਚ 1782 ਵਿੱਚ
ਅਮਰ ਸਿੰਘ ਚੜ੍ਹਾਈ ਕਰ ਗਿਆ। ਅਮਰ ਸਿੰਘ ਤੋਂ ਬਾਅਦ ਉਸ ਦਾ ਪੁੱਤਰ ਸਾਹਿਬ ਸਿੰਘ ਜੋ ਹੈ ਜਥੇਦਾਰ ਬਣਿਆ। ਉਹ ਛੋਟੀ ਉਮਰ ਦਾ ਸੀ, ਇਸ ਲਈ ਮਿਸਲ ਦਾ ਕੰਮਕਾਜ ਬੀਬੀ ਰਜਿੰਦਰ ਕੌਰ ਤੇ ਸਾਹਿਬ ਕੌਰ ਦੇ ਹੱਥ ਹੈ। ਮਰਾਠਿਆਂ ਜਾਰਜ ਥਾਮਸ ਨੇ ਇਸ ਮਿਸਲ ਦੇ ਇਲਾਕੇ ਉੱਤੇ ਕਬਜ਼ਾ ਕਰਨਾ ਚਾਹਿਆ, ਪਰ ਉਹ ਸਫਲ ਨਾ ਹੋ ਸਕੇ। ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਤੇ ਕਬਜ਼ੇ ਨਾਲ ਸਥਿਤੀ ਬਦਲ ਗਈ। ਨਾਭਾ, ਜੀਂਦ, ਕੈਥਲ ਦੀਆਂ ਰਿਆਸਤਾਂ ਵੀ ਇਸ ਮਿਸਲ ਦੀਆਂ ਹੀ ਸਾਖਾਂ ਸਨ। ਭਾਵੇਂ ਉਹਨਾਂ ਦੇ ਮਿਸਲਦਾਰ ਵੱਖ ਸਨ, ਇਸ ਮਿਸਲ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਲੱਗ ਪਈ ਤੇ ਇਹਨਾਂ ਨੇ ਅੰਗਰੇਜ਼ਾਂ ਦੀ ਜਿਹੜੀ ਆ ਪ੍ਰੋਟੈਕਸ਼ਨ ਮੰਗੀ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 1809 ਵਿੱਚ ਅੰਮ੍ਰਿਤਸਰ ਦੀ ਸੰਧੀ ਦੇ ਦਸਤਖਤ ਕਰਨ ਤੇ ਮਜਬੂਰ ਕਰ ਦਿੱਤਾ ਤੇ ਇਹ ਰਿਆਸਤਾਂ ਆਪਣੀ ਵੱਖ ਹਸੀਅਤ ਬਣਾ ਕੇ ਜਿੰਦਾ ਰਹੀਆਂ। ਤੋਂ ਅੱਜ 12 ਜੋ ਮਿਸਲਾਂ ਦਾ ਇਤਿਹਾਸ ਸ਼ੁਰੂ ਕੀਤਾ ਸੀ, ਅੱਜ ਸਮਾਪਤੀ ਤੇ ਪਹੁੰਚਿਆ ਹੈ। ਤੋਂ ਅਸੀਂ ਦੇਖਿਆ ਹੈ ਕਿ ਇਹਨਾਂ ਸਾਰੀਆਂ ਮਿਸਲਾਂ ਨੇ ਆਪਣੇ ਆਪਣੇ ਸਮੇਂ ਉੱਪਰ ਕਿਵੇਂ ਜਦੋਜਹਿਦ ਕੀਤੀ ਹੈ। ਵੱਖ-ਵੱਖ ਹੋਣ ਦੇ ਬਾਵਜੂਦ ਵੀ ਜਦੋਂ ਕਿਤੇ ਵੀ ਕੋਈ ਸਾਂਝਾ ਵੈਰੀ ਆਇਆ ਹੈ ਤਾਂ ਇਹਨਾਂ ਨੇ ਮਿਲ ਕਰਕੇ ਸਾਥ ਦਿੱਤਾ ਹੈ। ਔਰ ਇਸ ਜਦੋਜਹਿਦ ਸਦਕਾ ਹੀ, ਏਕਤਾ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਜੋ ਹੈ ਉਹ ਖਾਲਸਾ ਰਾਜ ਸਥਾਪਿਤ ਕਰ ਸਕੇ ਤੇ 40 ਸਾਲ ਤੱਕ ਪੰਜਾਬ ਉੱਤੇ ਰਾਜ ਕਰ ਸਕੇ। ਤੋਂ ਇੱਥੇ ਹੀ ਅੱਜ ਦੀ ਗੱਲ ਨੂੰ ਸਮਾਪਤ ਕਰਦੇ ਹਾਂ। ਤੋਂ ਵਿਚਾਰ ਕਰਦੇ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਦੋਹਾ ਜੋੜ ਕੇ ਖਿਮਾ ਮੰਗਦਾ ਹਾਂ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਵੀਰ ਤੇਂਦਰ ਸਿੰਘ ਜੀ, ਆਪ ਜੀ ਦਾ। ਆਪ ਜੀ ਨੇ ਮਿਸਲਾਂ ਦਾ ਇਤਿਹਾਸ ਸਾਡੇ ਨਾਲ 3 ਪਾਰਟ 'ਚ 3 ਹਿੱਸਿਆਂ ਵਿੱਚ ਸਾਂਝਾ ਕੀਤਾ। ਅਸੀਂ ਜਾਣਦੇ ਹਾਂ ਕਿ 1748 ਤੱਕ ਸਿੱਖ ਜਥਿਆਂ ਦੀ ਗਿਣਤੀ ਤਕਰੀਬਨ 63 ਤੱਕ ਪਹੁੰਚ ਗਈ ਸੀ। ਹੌਲੀ ਹੌਲੀ ਇਹ ਗਿਣਤੀ ਹੋਰ ਵੀ ਵੱਧ ਗਈ। ਮਹਿਸੂਸ ਕੀਤਾ ਸਿੱਖ ਆਗੂਆਂ ਨੇ ਵੀ ਜਿਸ ਤਰ੍ਹਾਂ ਚੱਲਦਾ ਰਿਹਾ ਤੇ ਕੋਈ ਹੱਦ ਬੰਦਾ ਹੀ ਨਹੀਂ ਰਹੇਗਾ ਇਹਨਾਂ ਜਥਿਆਂ ਦੀ ਗਿਣਤੀ ਦਾ, ਤੇ ਇਹਨਾਂ ਨੂੰ ਇੱਕ ਝੰਡੇ ਦੇ ਥੱਲੇ ਇਕੱਠਾ ਕਰਨਾ ਚਾਹੀਦਾ। ਨਵਾਬ ਕਪੂਰ ਸਿੰਘ ਜੀ ਨੇ ਤੇ ਜੱਸਾ ਸਿੰਘ ਆਹਲੂਵਾਲੀਆ ਜੀ ਨੇ, ਇਹਨਾਂ ਸਾਰਿਆਂ ਨੇ ਜਥੇ ਤੋੜ ਕੇ ਇਹ ਫੈਸਲਾ ਕੀਤਾ ਕਿ ਇੱਕ ਜਥੇਬੰਦੀ ਬਣਾਈ ਜਾਏ। ਉਹਦਾ ਨਾਮ ਦਲ ਖਾਲਸਾ ਰੱਖਿਆ ਗਿਆ। 2 ਹਿੱਸੇ ਬਣਾਏ ਗਏ, ਇੱਕ ਤਰਨਾ ਦਲ ਤੇ ਬੁੱਢਾ ਦਲ ਸਿੱਖਾਂ ਦੇ। ਇੱਕ ਜਵਾਨਾਂ ਦੀ ਪਾਰਟ ਬਣਾਇਆ, ਇੱਕ ਬੁੱਢਾ ਦਲ ਬਣਾਇਆ। ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੀ ਰਾਖੀ ਲਈ ਅਕਾਲੀ ਜਥੇ ਥਾਪੇ ਗਏ ਤੇ ਸਮੁੱਚੀ ਜਥੇਬੰਦੀ ਦਾ ਨਾਮ ਜਿਹੜਾ ਸੀ ਫਿਰ ਉਹ ਦਲ ਖਾਲਸਾ ਰੱਖਿਆ ਗਿਆ। ਦਲ ਖਾਲਸਾ ਦੀ ਜਥੇਬੰਦੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਸੌਂਪ ਦਿੱਤੀ ਗਈ ਤੇ ਦਲ ਖਾਲਸਾ ਦੀ ਜਥੇਬੰਦੀ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ ਉਸ ਵੇਲੇ ਤੋਂ ਬਾਅਦ ਰਿਟਾਇਰ ਹੋ ਜਾਂਦੇ ਨੇ। ਜੱਸਾ ਸਿੰਘ ਆਹਲੂਵਾਲੀਆ ਜੀ ਨੇ ਇਹਦੇ 11 ਜੱਥੇ ਜਿਹੜੇ ਸੀ ਹੋਰ ਬਣਾਏ ਤੇ ਉਹਨਾਂ ਜੱਥਿਆਂ ਦੇ ਪ੍ਰਭਾਵ ਖੇਤਰ ਜਿਹੜਾ ਸੀ ਉਹ ਵੀ ਸਾਰਾ ਉਹਨਾਂ ਨੇ ਨਿਯਤ ਕਰਤਾ ਵੀ ਕਿੱਥੇ ਕਿੱਥੇ ਜੱਥੇ ਕੰਮ ਕਰਨਗੇ ਜੱਸਾ ਸਿੰਘ ਆਹਲੂਵਾਲੀਆ ਨੇ। ਤਾਂ ਮੈਂ ਸਿਰਫ ਇੰਨੀ ਕੁ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਮਿਸਲਾਂ ਵੀ ਕਿਹਾ ਜਾਣ ਲੱਗ ਪਿਆ ਜੱਥਿਆਂ ਨੂੰ। ਭੰਗੀ ਮਿਸਲ ਜਿਹਦੇ ਆਗੂ ਭਾਈ ਭੂਮਾ ਸਿੰਘ ਤੇ ਉਹਨਾਂ ਦੇ ਸਪੁੱਤਰ ਭਾਈ ਹਰੀ ਸਿੰਘ ਸਨ। ਨਿਸ਼ਾਨ ਵਾਲੀਆ ਮਿਸਲ ਜੋ ਦਲ ਖਾਲਸੇ ਦਾ ਝੰਡਾ ਚੁੱਕਦੇ ਸੀ ਤੇ ਅੱਗੇ ਰਹਿੰਦੇ ਸਨ ਦੇ ਆਗੂ ਭਾਈ ਦਸੌਂਧਾ ਸਿੰਘ ਜੀ ਸਨ। ਫਿਰ ਸ਼ਹੀਦਾਂ ਦੀ ਮਿਸਲ ਜਿਹਦੇ ਵਿੱਚ ਬਾਬਾ ਵੀਰ ਸਿੰਘ ਤੇ ਭਾਈ ਬਾਬਾ ਦੀਪ ਸਿੰਘ ਜੀ ਦਾ ਨਾਮ ਆਉਂਦਾ ਹੈ। ਰਾਮਗੜੀਆ ਮਿਸਲ ਜਿਨ੍ਹਾਂ ਦੇ ਵਿੱਚ ਭਾਈ ਹਰਦਾਸ ਸਿੰਘ ਜੀ ਦੇ ਪਿੱਛੋਂ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਨੇ ਰਾਮ ਰੋਣੀ ਨੂੰ ਰਾਮਗੜ੍ਹ 'ਚ ਬਦਲਿਆ। ਫਿਰ ਨਕਈ ਮਿਸਲ ਲਾਹੌਰ ਦੇ ਨਾਕੇ ਦੇ ਉੱਤੇ ਭਾਈ ਹੀਰਾ ਸਿੰਘ ਤੇ ਨੱਥਾ ਸਿੰਘ ਜੀ। ਫਿਰ ਆਹਲੂਵਾਲੀਆ ਮਿਸਲ ਇਹਨਾਂ ਦੇ ਜੱਸਾ ਸਿੰਘ ਜੀ ਪਿੰਡ ਆਲੂ ਦੇ ਵਸਨੀਕ ਹੋਣ ਕਰਕੇ ਇਹਨਾਂ ਨੂੰ ਆਹਲੂਵਾਲੀਆ ਕਿਹਾ ਜਾਣ ਲੱਗ ਪਿਆ। ਘਨਈਆ ਮਿਸਲ ਦੇ ਸਰਦਾਰ ਖੁਸ਼ਹਾਲ ਸਿੰਘ ਜੀ ਤੇ ਸਰਦਾਰ ਜੈ ਸਿੰਘ ਜੀ ਪਿੰਡ ਘਨਈਆ ਵਾਲੇ। ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਦੇ ਨਵਾਬ ਕਪੂਰ ਸਿੰਘ ਜੀ ਪਿੰਡ ਫੈਜ਼ਲਪੁਰੀਆ ਵਾਲੇ। ਡੱਲੇਵਾਲੀਆ ਪਿੰਡ ਦੇ ਨਾਂ ਦੇ ਉੱਤੇ ਬਣਿਆ, ਇਹਨਾਂ ਦਾ ਨਾਮ ਸੀ ਸਰਦਾਰ ਗੁਰਦਿਆਲ ਸਿੰਘ। ਡੱਲੇਵਾਲ ਪਿੰਡ ਹੈ, ਉਹਨਾਂ ਦਾ ਨਾਮ ਤੇ ਬਣਿਆ ਗੁਰਦਿਆਲ ਸਿੰਘ ਡੱਲੇਵਾਲੀਆ ਦਾ ਹੀ ਹੈ। ਸ਼ੁਕਰ ਚੱਕੀਆ ਮਿਸਲ ਸਰਦਾਰ ਚੜ੍ਹ ਸਿੰਘ ਜੀ ਸੀ ਤੇ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਬਘੇਲ ਸਿੰਘ ਤੇ ਸਰਦਾਰ ਕਰੋੜਾ ਸਿੰਘ ਜੀ। ਇਹ 11 ਮਿਸਲਾਂ ਸਨ। 12ਵੀਂ ਜਥੇਬੰਦੀ ਜਿਹੜੀ ਮਿਸਲ ਸੀ ਉਹ ਫੂਲਕੀਆ ਮਿਸਲ ਉਹਨੂੰ ਕਿਹਾ ਜਾਂਦਾ ਹੈ ਤੇ ਉਹ ਬਾਬਾ ਆਲਾ ਸਿੰਘ ਜੀ ਦੇ, ਜਿਨ੍ਹਾਂ ਨੇ ਇਹਨਾਂ ਮਿਸਲਾਂ ਦੇ ਨਾਲ ਬਹੁਤਾ ਮੇਲ ਨਹੀਂ ਰੱਖਿਆ 12ਵੀਂ ਮਿਸਲ ਨੇ, ਪਰ ਉਹ ਫੂਲਕੀਆ ਮਿਸਲ ਜਿਹਦਾ ਅਖੀਰ ਦੇ ਉੱਤੇ ਅਸੀਂ ਇਤਿਹਾਸ ਜਿਹੜਾ ਹੈ ਉਹ ਸੁਣਿਆ ਹੈ। ਤਾਂ ਇਹ ਮਿਸਲਾਂ ਦਾ ਹਿਸਾਬ ਜਿਹੜਾ ਸੀ ਇਕੱਠਾ ਹੁੰਦਾ, ਇਹਨਾਂ ਦੀ ਫਾਈਲ ਰੱਖੀ ਜਾਂਦੀ ਸੀ ਅੰਮ੍ਰਿਤਸਰ ਦੇ ਵਿੱਚ। ਪੂਰਾ ਰਿਕਾਰਡ ਰੱਖਿਆ ਜਾਂਦਾ ਸੀ। ਹਰ ਮਿਸਲ ਆਪਣਾ ਹਿਸਾਬ ਉੱਥੇ ਦਿੰਦਾ ਸੀ, ਲੇਖਾ ਜੋਖਾ ਦਿੰਦਾ ਸੀ ਇੱਕ ਦੂਜੇ ਦੀਆਂ। ਬਾਅਦ ਵਿੱਚ ਜਾ ਕੇ ਇਹ ਥੋੜ੍ਹਾ ਬਹੁਤਾ ਇਹਨਾਂ ਦੇ ਝਗੜੇ ਸ਼ੁਰੂ ਹੋ ਗਏ ਤੇ ਇਸ ਕਰਕੇ ਇਹ ਥੋੜ੍ਹੀਆਂ ਮਿਸਲਾਂ ਕਮਜ਼ੋਰ ਵੀ ਹੋਈਆਂ। ਤਾਂ ਆਪ ਜੀ ਨੇ ਬਹੁਤ ਵੇਰਵੇ ਸਾਧ ਸਾਡਾ ਇਤਿਹਾਸ ਸਾਡੇ ਨਾਲ ਸਾਂਝਾ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵੀ ਮੰਗਦੇ ਹਾਂ ਤੇ ਆਸ ਕਰਦੇ ਹਾਂ ਕਿ ਇਹਦੇ ਤੋਂ ਬਹੁਤ ਸਾਰੀ ਜਾਣਕਾਰੀ ਸਾਨੂੰ ਮਿਲੀ ਹੋਏਗੀ। ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰੋ ਜੀ, ਉਹ ਅਗਲੇ ਸਵਾਲ ਜਵਾਬ ਲਿਆਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਵਾਹਿਗੁਰੂ ਜੀ